क्या गुण तेरे विथरा, हाँ क्या क्या घिना तेरा नाम जियो। इकत टोल न अंबड़ा, हाँ सद कुर्बाने तेरे जाऊं जियो। वाहिगुरु जी का खालसा, वाहिगुरु जी की फतेह। जदों जीव इस्त्री नूं अपनी तुच्छता दिसण लग पैंदी है, उस वेले इनू परमात्मा दे बेअंत गुणां दी थोड़ी थोड़ी समझ आउण लग पैंदी है। अध्यात्मिक यात्रा दे सफ़र दे विच ये गल बहुत ज़रूरी है कि अपनी तुच्छता, अपना छोटापन नज़र इस जीव आत्मा नूं आ जावे। ते जदों गल तुच्छता और छोटेपन दी हो रही है, इहदा पैमाना कोई जाति, कोई धन दौलत दा पैमाना, कोई पढ़ाई लिखाई या कोई बाहरला रूप सुहप्पण नहीं है। मात्र केवल सगों इस तुच्छता नूं इंज समझिया जा सकता है, हम मैले तुम उजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता माधो। हम ऐसे तू ऐसा, हम पापी तुम पाप खंडन। पर नाल एक गल दा पता है, नीको ठाकुर देसा। तो तुच्छता दा अर्थ एक ते गुण और अवगुण होवेगा, दूजा ये तुच्छता विछोड़े करके बनी है। और जदों तक जीव इस्त्री अपने मूल कंत प्रभु पति दे नाल मिलदी नहीं, उदों तक ये तुच्छता कायम रहेगी। हुण इहदे अंदर एक ख्याल आया सी कि मैं दोषां दे नाल भरी पई हाँ। इनू असीं समझिया सी ना जी, अम्मावण डोसड़े। पर परमात्मा दे रस्ते दे उत्ते तुरन दी वडियाई ही यही है कि गुनाहां दे नाल, दोषां दे नाल, ऐबां दे नाल लिबड़िया और भरिया होया जीव भी अगर इस रस्ते दे उत्ते किधरे भावना नाल तुरन लग पवे,
ਤੇ ਇਹ ਜਿਹੜੀ ਯਾਤਰਾ ਹੈ ਉਹਨੂੰ ਦੋਸ਼ ਮੁਕਤ ਕਰਨਾ ਸ਼ੁਰੂ ਕਰ ਦਿੰਦੀ ਹੈ। ਦੂਸਰੇ ਲਫ਼ਜ਼ਾਂ ਵਿੱਚ ਇੰਜ ਆਖਾਂ ਕਿ ਜਿਉਂ-ਜਿਉਂ ਇਹਦੀ ਸੁਰਤ ਪ੍ਰਭੂ ਦੇ ਵੱਲ, ਕਿੱਥੇ ਨੀਕੋ ਠਾਕੁਰ ਦੇਸਾ, ਉਹ ਦੇਸ਼ ਜਿਹੜਾ ਨੀਕੋ ਹੈ, ਨੀਕੋ ਦਾ ਅਰਥ ਹੈ ਜੀ ਸੋਹਣਾ, ਸੁੰਦਰ। ਠਾਕੁਰ ਕਹਿੰਦੇ ਮਾਲਕ ਨੂੰ ਕਿ ਮੇਰਾ ਮਾਲਕ ਜਿਸ ਦੇਸ਼ ਵਿੱਚ ਹੈ, ਇੱਥੇ ਦੇਸ਼ ਦਾ ਅਰਥ ਕੋਈ ਭੂਗੋਲਿਕ ਜਾਂ ਜੀਓਗ੍ਰਾਫਿਕ ਕੋਈ ਕੰਟਰੀ ਨਹੀਂ ਹੈ। ਦੇਸ਼ ਦਾ ਜੋ ਇੱਥੇ ਅਰਥ ਹੈ ਉਹ ਅਵਸਥਾ, ਜਿਸ ਅਵਸਥਾ ਦੇ ਵਿੱਚ ਉਹ ਰਹਿਣ ਵਾਲਾ ਹੈ, ਉਹ ਕੈਸਾ ਹੈ? ਸਦਾ ਸੱਚਿਦਾਨੰਦ। ਪੜ੍ਹਦੇ ਹੋ ਨਾ ਜਾਪ ਸਾਹਿਬ 'ਚ, ਸਤ ਚਿਤ ਆਨੰਦ, ਸੱਚਿਦਾਨੰਦ। ਉਹ ਦੇਸ਼ ਕੈਸਾ ਹੈ? ਕਰੁਣਾਲय ਹੈ, ਕਰੁਣਾ ਦਾ ਘਰ ਹੈ ਉਹ। ਅਗਲਾ ਤੇ ਚਲੋ ਅਰਿਕਾਲय ਹੈ। ਅਰੀ ਦਾ ਵੀ ਇੱਥੇ ਅਰਥ ਦੁਸ਼ਮਣ ਦਾ ਭਾਵ ਕਿ ਵਿਕਾਰ। ਉਹਦਾ ਐਸਾ ਦੇਸ਼, ਉਹਦੀ ਐਸੀ ਅਵਸਥਾ, ਉਹਦੇ ਐਸੇ ਗੁਣ ਜਿਨ੍ਹਾਂ ਗੁਣਾਂ ਦੇ ਵਿੱਚ ਉਹਦਾ ਵਾਸਾ ਹੈ। ਜਿਉਂ-ਜਿਉਂ ਇਹ ਜੀਵ ਇਸਤਰੀ ਉਹਦੇ ਦੇਸ਼ ਵੱਲ, ਭਾਵ ਉਹਦੇ ਗੁਣਾਂ ਦੇ ਵੱਲ ਵਧਣਾ ਸ਼ੁਰੂ ਕਰਦੀ ਹੈ, ਤਿਉਂ-ਤਿਉਂ ਇਹ ਆਪਣੇ ਦੇਸ਼ ਨੂੰ ਛੱਡ ਰਹੀ ਹੈ। ਯਾਦ ਰੱਖਣਾ ਬਈ ਜਦੋਂ ਮੈਂ ਕਿਸੇ ਦੇ ਘਰ ਵੱਲ ਜਾਵਾਂਗਾ ਤੇ ਮੈਨੂੰ ਆਪਣਾ ਘਰ ਛੱਡਣਾ ਪਵੇਗਾ, ਭਾਵ ਜੋ ਆਪਣੇ ਅਵਗੁਣਾਂ ਵਾਲਾ ਦੇਸ਼ ਹੈ, ਉਸ ਦੇਸ਼ ਤੋਂ ਇਹ ਦੂਰ ਹੋ ਰਹੀ ਹੈ ਹਰ ਵੱਧਦੇ ਕਦਮ ਦੇ ਨਾਲ। ਤੇ ਨੀਕੋ ਠਾਕੁਰ ਦੇਸਾ, ਜੋ ਗੁਣਾਂ ਦੇ ਵਿੱਚ, ਜਿਸ ਦੇਸ਼ ਵਿੱਚ ਪ੍ਰਮਾਤਮਾ ਵਸਦਾ ਪਿਆ ਹੈ, ਉਸ ਦੇਸ਼ ਦੇ ਨਿਕਟ ਇਹ ਜੀਵ ਇਸਤਰੀ ਸੁਰਤ ਰਾਹੀਂ ਪਹੁੰਚ ਰਹੀ ਹੈ। ਇੱਕ ਬੇਨਤੀ ਮੈਂ ਇੱਥੇ ਜ਼ਰੂਰ ਹੋਰ ਕਰ ਦੇਵਾਂ, ਅਨੁਭਵ ਦੀ ਹੈ ਇਹ ਗੱਲ, ਔਰ ਆਪਨੇ ਮਹਿਸੂਸ ਜ਼ਰੂਰ ਕੀਤੀ ਹੋਏਗੀ ਆਪਣੇ ਜੀਵਨ 'ਚ, ਕਿ ਹਰ ਬੀਤਦਾ ਹੋਇਆ ਦਿਨ ਅਗਰ ਤੁਹਾਡੇ ਜੀਵਨ ਵਿੱਚ ਬਦਲਾਵ ਲੈ ਕੇ ਆ ਰਿਹਾ ਹੈ, ਔਰ ਬਦਲਾਵ ਅਗਰ ਸਕਾਰਾਤਮਕ ਲੈ ਕੇ ਆ ਰਿਹਾ ਹੈ, ਤੁਹਾਨੂੰ ਜ਼ਰੂਰ ਮਹਿਸੂਸ ਹੋਵੇਗਾ ਹਰ ਬੀਤਦੇ ਹੋਏ ਦਿਨ ਤੋਂ ਬਾਅਦ ਤੁਹਾਡੇ ਸਿਰ ਤੋਂ ਕਰਮਾਂ ਦਾ ਭਾਰ ਕੁਝ ਘਟ ਰਿਹਾ ਹੈ। ਇੱਥੇ ਗੱਲ ਕੇਵਲ ਪਾਪਾਂ ਦੀ ਨਹੀਂ ਕਰ ਰਿਹਾ ਹਾਂ। ਕਰਮ ਚਾਹੇ ਪੁੰਨ ਹੈ ਚਾਹੇ ਪਾਪ ਹੈ, ਇਹਨੂੰ ਕਹਿੰਦੇ ਨਿਹ ਕਰਮ ਅਵਸਥਾ ਦੇ ਵੱਲ ਜੀਵ ਪਹੁੰਚ ਰਿਹਾ ਹੈ। ਪਹਿਲੇ ਕਦੀ ਇਹਨੂੰ ਇਹ ਲੱਗਦਾ ਸੀ ਵੀ ਮੈਂ ਕਰ ਰਿਹਾ ਹਾਂ, ਮੇਰੇ ਕਾਰਨ ਹੈ, ਮੈਂ ਜ਼ਰੀਆ ਹਾਂ, ਮੈਂ ਨਿਮਿਤ ਹਾਂ। ਦੁਨੀਆ ਦੇ ਕਿਤਨੇ ਕਾਰਜ ਹਨ ਜਿਨ੍ਹਾਂ ਦੇ ਵਿੱਚ ਕਰਤਾ ਅਸੀਂ ਆਪਣੇ ਆਪ ਨੂੰ ਮੰਨੀ ਬੈਠੇ ਹਾਂ। ਪਰ ਕੋਈ ਨੀਕੋ ਠਾਕੁਰ ਦੇਸਾ ਵੱਲ ਪਹੁੰਚ ਰਿਹਾ ਹੈ, ਇਹਦੀ ਯਾਤਰਾ ਸੱਚਮੁੱਚ ਉਸ ਪਾਸੇ ਵੱਲ ਨੂੰ ਸਹੀ ਜਾ ਰਹੀ ਹੈ। ਇਹਦੀ ਇੱਕ ਨਿਸ਼ਾਨੀ ਇਹ ਹੈ ਜੀ, ਇੱਕ ਤੇ ਉਹ ਦ્વੈਤ ਜੋ ਕੱਲ ਅਸੀਂ ਸਮਝ ਰਹੇ ਸਾਂ, ਦੋ ਮੂਲ ਕਾਰਨ ਸਨ ਨਾ, ਦ્વੈਤ ਤੇ ਹੰਕਾਰ, ਜਿਹਨੂੰ ਕੁਚੱਜ ਕਹਿੰਦੇ ਹਾਂ ਅਸੀਂ। ਤੇ ਦ્વੈਤ ਵੀ ਇਹਦੀ ਦੂਰ ਹੋ ਰਹੀ ਸੀ, ਮੇਰ ਤੇਰ ਵੀ ਦੂਰ ਹੋ ਰਹੀ ਹੈ, ਦੁਵਿਧਾ ਵੀ ਦੂਰ ਹੋ ਰਹੀ ਹੈ। ਤੇ ਹੁਣ ਇਹ ਹੰਕਾਰ ਵੀ ਘਟਣਾ ਸ਼ੁਰੂ ਹੋ ਗਿਆ ਹੈ ਕਿ ਵੀ ਮੈਂ ਕੁਝ ਕਰ ਸਕਦਾ ਹਾਂ। ਹਰ ਬੀਤਦੇ ਹੋਏ ਦਿਨ ਤੋਂ ਬਾਅਦ ਬਸ ਇਹ ਭਾਵਨਾ ਕਹਿ ਲਓ, ਇਹ ਵਿਸ਼ਵਾਸ ਕਹਿ ਲਓ, ਇਹ ਸਿਦਕ ਕਹਿ ਲਓ, ਇਹਨੂੰ ਗਿਆਨ ਵੀ ਕਹਿ ਸਕਦੇ ਹੋ ਤੁਸੀਂ, ਇਹ ਪਰਪੱਕ ਹੋ ਰਿਹਾ ਹੈ ਕਿ ਮੇਰੇ ਵਸ ਵਿੱਚ ਕੁਛ ਵੀ ਨਹੀਂ। ਤੋ ਇਸ ਸਫ਼ਰ ਵਿੱਚ ਇੱਕ ਜਗ੍ਹਾ 'ਤੇ ਆ ਕੇ, ਜਿਵੇਂ ਹਰ ਸਫ਼ਰ ਵਿੱਚ ਨਾ ਹਾਲਟਸ ਹੁੰਦੇ ਹਨ, ਸਟਾਪੇਜਿਸ ਹੁੰਦੇ ਹਨ, ਬੰਦੇ ਨੂੰ ਰੁਕਣਾ ਪੈਂਦਾ ਹੈ, ਰਾਤ ਗੁਜ਼ਾਰਨੀ ਪੈਂਦੀ ਹੈ ਕਈ ਵਾਰ ਲੰਮੇ ਸਫ਼ਰ ਹੋਣ 'ਤੇ। ਇੱਕ ਐਸਾ ਪੜਾਵ ਆਇਆ, ਇਹਨੂੰ ਪੜਾਵ ਕਹਿ ਦਿੰਦੇ ਹਾਂ ਅਸੀਂ, ਕਿ ਉਸ ਪੜਾਵ ਦੇ ਉੱਤੇ ਸਿਮਰਨ ਤੇ ਨਹੀਂ ਰੁਕਦਾ। ਇੱਕ ਵਾਰ ਅਗਰ ਸ਼ੁਰੂ ਹੋ ਜਾਵੇ ਤੇ
ਪਰ ਸਿਮਰਨ ਦੇ ਚੱਲਣ ਦੇ ਨਾਲ ਨਾਲ ਸੋਚ ਰੋਜ਼-ਰੋਜ਼ ਬਦਲ ਰਹੀ ਹੈ। ਤੁਸੀਂ ਜ਼ਰੂਰ ਆਪਣੇ ਜੀਵਨ 'ਚ ਮਹਿਸੂਸ ਕੀਤਾ ਹੋਵੇਗਾ, 5 ਸਾਲ ਪਹਿਲੇ, 2 ਸਾਲ ਪਹਿਲੇ, 10 ਸਾਲ ਪਹਿਲੇ, ਜਿਤਨਾ ਵੀ ਤੁਸੀਂ ਪਿੱਛੇ ਚਲੇ ਜਾਵੋ, ਜਿਸ ਅਵਸਥਾ ਵਿੱਚ ਤੁਸੀਂ ਸਿਮਰਨ ਕਰਦੇ ਸੋ, ਅੱਜ ਤੁਸੀਂ ਜ਼ਰੂਰ ਆਪਣੇ ਜੀਵਨ 'ਚ ਤਬਦੀਲੀ ਮਹਿਸੂਸ ਕਰ ਰਹੇ ਹੋਵੋਗੇ। ਸੰਗਤ ਦਾ ਇਹ ਗੁਣ ਹੈ। ਕਈ ਸਤਸੰਗੀਆਂ ਦੇ ਜੀਵਨ ਦਾ ਅਨੁਭਵ ਹੈ ਬਈ ਪਹਿਲੇ ਅਸੀਂ ਬਾਣੀ ਪੜ੍ਹਦੇ ਸਾਂ ਤੇ ਚਿੰਤਾਵਾਂ ਸਾਨੂੰ ਘੇਰੀ ਰੱਖਦੀਆਂ ਸਨ। ਅੱਜ ਬਾਣੀ ਪੜ੍ਹਦੇ ਹਾਂ, ਚਿੰਤਾ ਨਹੀਂ, ਵਿਸ਼ਵਾਸ ਹੈ, ਸਿਦਕ ਹੈ ਰੱਬ ਦੇ ਉੱਤੇ। ਚਿੰਤਾ ਉਦੋਂ ਤੱਕ ਹੈ ਜਦੋਂ ਤੱਕ ਮੈਂ ਆਪਣੇ ਆਪ ਤੇ ਭਰੋਸਾ ਕਰੀ ਬੈਠਾ ਹਾਂ, ਔਰ ਬੇਫਿਕਰੀ ਉਦੋਂ ਆ ਜਾਏਗੀ, ਅਚਿੰਤ ਅਵਸਥਾ ਉਦੋਂ ਆ ਜਾਵੇਗੀ ਜਦੋਂ ਮੇਰਾ ਸਾਰਾ ਭਰੋਸਾ, ਸਾਰਾ ਸਿਦਕ, ਸਾਰਾ ਵਿਸ਼ਵਾਸ ਉਸ ਇੱਕ ਮਾਲਕ ਸੁਆਮੀ ਦੇ ਉੱਤੇ ਆ ਗਿਆ। ਇਹ ਹੁਣੇ ਆਪ ਜੀ ਨੇ ਬੜੇ ਪ੍ਰੇਮ ਨਾਲ ਸਰਵਨ ਕੀਤਾ ਔਰ ਗਾਇਆ ਹੈ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ। ਇਹ ਇੱਕ ਐਸਾ ਉਸ ਮਾਲਕ ਦੇ ਚਰਨਾਂ ਦੇ ਵਿੱਚ ਸਮਰਪਣ ਹੈ। ਇਹ ਆਪਣੇ ਆਪ ਨੂੰ ਉਸ ਮਾਲਕ ਦੇ ਭਾਣੇ ਦੇ ਵਿੱਚ ਲਿਆਉਣ ਦਾ ਇੱਕ ਐਸਾ ਸਿਦਕ ਹੈ। ਦੂਸਰੇ ਸ਼ਬਦਾਂ ਵਿੱਚ ਇਹਨੂੰ ਇੰਝ ਸਮਝ ਲਵੋ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਤੋ ਇੱਕ ਐਸੇ ਹੀ ਪੜਾਵ ਦੇ ਵਿੱਚ, ਐਸੇ ਪੜਾਵ ਤੇ ਜਦੋਂ ਸੁਰਤ ਇਸ ਜੀਵ ਇਸਤਰੀ ਦੀ ਪਹੁੰਚੀ ਤੋ ਇਹਦੇ ਮਨ ਵਿੱਚ ਇੱਕ ਪ੍ਰਸ਼ਨ ਆ ਗਿਆ ਕਿ ਗੁਣ ਤੇ ਇਤਨੇ ਬੇਅੰਤ ਹਨ ਉਸ ਪਰਮਾਤਮਾ ਦੇ ਕਿ ਮੈਂ ਕਈ ਸੈਂਕੜੇ ਜਨਮ ਵੀ ਲੈ ਲਵਾਂ ਨਾ ਤੇ ਉਹਨਾਂ ਨੂੰ ਗਾ ਗਾ ਕੇ ਕਦੀ ਉਹਦਾ ਅੰਤ ਨਹੀਂ ਪਾ ਸਕਾਂਗੀ। ਬਾਣੀ ਕਹਿੰਦੀ ਹੈ, ਸਨਕ ਸਨੰਦ ਅੰਤ ਨਹੀਂ ਪਾਇਆ, ਜਾਂ ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਤੋ ਇਹਨੇ ਸਵਾਲ ਪਾ ਦਿੱਤਾ ਉਸ ਮਾਲਕ ਦੇ ਅੱਗੇ, ਹਾਂ ਕਿਆ ਗੁਣ ਤੇਰੇ ਵਿਥਰਾ। ਵਿਥਰਾ ਦਾ ਅਰਥ ਹੈ ਜੀ ਮੈਂ ਬਿਆਨ ਕਰਾਂ, ਵਿਸਥਾਰ ਨਾਲ ਦੱਸਾਂ। ਹੇ ਪਰਮਾਤਮਾ ਜੀ, ਮੈਂ ਤੇਰੇ ਕਿਹੜੇ ਕਿਹੜੇ ਗੁਣ ਹਨ ਜਿਹੜੇ ਉਹਨਾਂ ਨੂੰ ਵਿਸਥਾਰ ਨਾਲ ਦੱਸਾਂ, ਕਿਉਂਕਿ ਅਗਰ ਤੇਰੇ ਇੱਕ ਗੁਣ ਦੀ ਸਿਰਫ ਵਿਆਖਿਆ ਕਰਨੀ ਸ਼ੁਰੂ ਕਰ ਦਈਏ ਤੇ ਕਈ ਜਨਮ ਥੋੜੇ ਪੈ ਜਾਣਗੇ। ਸਾਡੇ ਜੀਵਾਂ ਦੇ ਵਸ ਦੀ ਗੱਲ ਨਹੀਂ। ਮੈਂ ਚਲੋ ਕਈ ਵਾਰ ਆਪ ਨਾਲ ਅੱਗੇ ਬੇਨਤੀ ਕੀਤੀ ਸੀ, ਦਾਤਾ ਦਾ ਹੀ ਅਗਰ ਗੁਣ ਲੈ ਲਈਏ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਕਿਉਂਕਿ ਸਾਡਾ ਨਾ ਦਾਤਾਂ ਦੇ ਨਾਲ ਸੰਬੰਧ ਹੈ, ਤਾਂ ਅਸੀਂ ਦਾਤੇ ਨਾਲ ਬਹੁਤੇ ਲੋਕ ਜੁੜਦੇ ਹਾਂ। ਕਈਆਂ ਦੀ ਬਿਰਤੀ ਵਿੱਚ ਤਬਦੀਲੀ ਦਿਖਦੀ ਹੈ ਸਪਸ਼ਟ ਕਿ ਉਹ ਦਾਤਾ ਨਹੀਂ, ਹੁਣ ਉਹ ਦਾਤਾ ਚਾਹੁੰਦੇ ਹਨ। ਉਹਨੂੰ ਉਹਦੇ ਦਾਤੇ ਵਾਲਾ ਅਗਰ ਗੁਣ ਤੁਸੀਂ ਵੇਖ ਲਵੋ ਸਿਰਫ, ਬਈ ਉਹ ਦੇ ਰਿਹਾ ਹੈ ਸਾਰਿਆਂ ਨੂੰ, ਪ੍ਰਤਪਾਲਣਾ ਕਰ ਰਿਹਾ ਹੈ, ਸਾਰਿਆਂ ਦੀ ਪਰਵਰਿਸ਼ ਕਰ ਰਿਹਾ ਹੈ, ਸਾਰਿਆਂ ਨੂੰ ਰਿਜ਼ਕ ਦੇ ਰਿਹਾ ਹੈ, ਤੇ ਇਸੇ ਗੁਣ ਦਾ ਤੁਸੀਂ ਵਿਸਥਾਰ ਮੁਕੰਮਲ ਤੌਰ ਤੇ ਕਦੀ ਵੀ ਨਹੀਂ ਕਰ ਸਕੋਗੇ। ਇਹਦੇ ਵਿੱਚ ਸਭ ਤੋਂ ਵੱਡੀ ਪਤਾ ਹੈ ਪਰਮਾਤਮਾ ਦੀ, ਇਹਨੂੰ ਗੰਭੀਰਤਾ ਹੀ ਕਵਾਂਗੇ, ਜਿਹਨੂੰ ਕਹਿੰਦੇ ਵੱਡਾ ਜਿਗਰਾ। ਹੁਣ ਮੈਂ ਦਾ ਅਰਥ ਕੀ ਹੈ? ਅਸੀਂ ਹਿਊਮਨ ਬੀਇੰਗਸ, ਅਸੀਂ ਮਨੁੱਖ। ਜਦੋਂ ਕਿਸੇ ਮਨੁੱਖ ਦੇ ਨਾਲ ਕੋਈ ਵਿਵਹਾਰ ਕਰੀਏ, ਲੈਣ ਦੇਣ ਕਰੀਏ,
ਕਿਸੇ ਮਨੁੱਖ ਦੀ ਔਖੇ ਸਮੇਂ ਮਦਦ ਕਰ ਦਈਏ ਮੰਨ ਲਓ, ਤੇ ਉਹਨੇ ਸਾਨੂੰ ਝੂਠ ਬੋਲ ਕੇ ਮਦਦ ਮੰਗੀ ਹੋਵੇ ਤੇ ਸਾਨੂੰ ਪਤਾ ਲੱਗ ਜਾਵੇ ਬਈ ਇਹ ਤੇ ਦੁਰਵਰਤੋਂ ਕਰ ਰਿਹਾ ਹੈ ਇਹਦੀ, ਸਾਡੇ ਅੰਦਰ ਕ੍ਰੋਧ ਆ ਜਾਏਗਾ ਫੌਰਨ। ਅਸੀਂ ਫੌਰਨ ਕਈ ਸੈਂਕੜੇ ਲੋਕਾਂ ਨੂੰ ਦੱਸ ਦੇਵਾਂਗੇ ਵੀ ਦੇਖੋ ਇਹ ਹੈ ਉਹਦਾ ਹਾਲ, ਝੂਠ ਬੋਲ ਰਿਹਾ ਸੀ, ਪਖੰਡ ਕਰ ਰਿਹਾ ਸੀ। ਕ੍ਰੋਧ ਦੇ ਨਾਲ ਨਾਲ ਸਾਡੇ ਮਨ 'ਚ ਪਛਤਾਵਾ ਵੀ ਆਏਗਾ, ਅਸੀਂ ਰਿਗਰੈਟ ਵੀ ਕਰਾਂਗੇ, ਤੇ ਦੂਸਰਾ ਅਸੀਂ ਇਹ ਵੀ ਸੋਚਾਂਗੇ ਮੈਂ ਮੂਰਖ ਬਣ ਗਿਆ। ਸਮਝਦੇ ਹਨ ਨਾ ਜੀ ਇਹ ਚੀਜ਼ਾਂ। ਹੁਣ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਉਹਦੇ ਦਾਤੇ ਵਾਲਾ ਗੁਣ ਜਦੋਂ ਦਰਜ ਕੀਤਾ, ਸਤਿਗੁਰੂ ਜੀ ਨੂੰ ਕਹਿਣਾ ਪਿਆ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ। ਦੱਸ ਤੂੰ ਕਿੱਥੋਂ, ਬਰਾਬਰੀ ਤੇ ਦੂਰ ਦੀ ਗੱਲ ਹੈ ਇਸ ਗੁਣ ਦੀ, ਤੂੰ ਇਹਦੀ ਵਿਸਥਾਰ ਨਾਲ ਕਦੀ ਵਿਆਖਿਆ ਵੀ ਨਹੀਂ ਕਰ ਸਕੇਗਾ। ਕਿਤਨੇ ਲੋਕ ਆਪਣੀ ਤਰਫੋਂ ਚਤੁਰ ਬਣ ਕੇ, ਸਿਆਣੇ ਬਣ ਕੇ, ਚਲਾਕ ਬਣ ਕੇ ਅਰਦਾਸਾਂ ਕਰਦੇ ਹਨ। ਮੈਂ ਅਗਰ ਕਿੱਸਾ ਸੁਣਾਉਣ ਲੱਗ ਪਵਾਂ ਤੇ ਇਤਨੇ ਕਿੱਸੇ ਹਨ ਇਹਨਾਂ ਚਲਾਕੀਆਂ ਦੇ, ਔਰ ਦੱਸਣ ਦੀ ਵੈਸੇ ਲੋੜ ਨਹੀਂ, ਕਿਉਂਕਿ ਕਦੀ ਨਾ ਕਦੀ ਸਾਡੇ ਮਨ 'ਚ ਵੀ ਨਾ ਇਹ ਭਾਵ ਆਇਆ ਹੋਏਗਾ, ਜਦੋਂ ਅਸੀਂ ਆਪਣੀ ਬੁੱਧੀ ਨੂੰ, ਚਤੁਰਾਈ ਨੂੰ ਅੱਗੇ ਰੱਖ ਕੇ ਤੇ ਇਹ ਸੋਚਿਆ ਕਿ ਆਪਣੇ ਸ਼ਬਦਾਂ ਨਾਲ ਅਸੀਂ ਪਰਮਾਤਮਾ ਨੂੰ ਰਿਝਾ ਲਵਾਂਗੇ। ਪਰ ਉਹ ਕੋਈ ਅਣਜਾਣਾ ਥੋੜੀ ਹੈ, ਇਆਣਾ ਥੋੜੀ ਹੈ। ਨਾ ਹੀ ਰਾਮ ਅਯਾਨਾ। ਬੜੇ ਲੋਕ ਐਸੀਆਂ ਚਤੁਰਾਈਆਂ ਕਰਦੇ ਹਨ, ਬੜੇ ਅਲੱਗ ਅਲੱਗ ਭਾਂਤ ਭਾਂਤ ਦੇ ਅਡੰਬਰ ਬਣਾਉਂਦੇ ਹਨ। ਇਹ ਸਭ ਕੁਝ ਕਿਉਂ ਹੈ ਕਿ ਮਨ ਵਿੱਚ ਕਿਧਰੇ ਨਾ ਕਿਧਰੇ ਇਹ ਭਾਵਨਾ ਹੈ, ਉਹਨੂੰ ਰਿਝਾਈਏ, ਅਵਗੁਣਾਂ ਨੂੰ ਛੁਪਾ ਕੇ, ਤੇ ਕੇਵਲ ਭੇਟਾਵਾਂ ਦੇ, ਜਿਵੇਂ ਕਿਸੇ ਬੰਦੇ ਨੂੰ ਭੇਟਾਵਾਂ ਨਾਲ ਲਲਚਾਉਂਦੇ ਹਾਂ, ਰੱਬ ਨੂੰ ਵੀ ਬਹੁਤੇ ਲੋਕ ਭੇਟਾਵਾਂ ਨਾਲ ਲਲਚਾਉਂਦੇ ਹਨ। ਵੀ ਮੇਰਾ ਕੰਮ ਹੋ ਜਾਏ, ਜਿਵੇਂ ਹਿੰਦੂ ਸਮਾਜ ਵਿੱਚ ਮੈਂ 100 ਨਾਰੀਅਲ ਭੇਟ ਕਰ ਦੇਵਾਂਗਾ, ਮੈਂ ਇਤਨੇ ਰੁਪਈਏ ਭੇਟ ਕਰ ਦੇਵਾਂਗਾ, ਮੈਂ ਇਤਨੇ ਦਿਨ ਤੇਰੇ ਦਰ ਤੇ ਆਵਾਂਗਾ। ਅਸੀਂ ਲੋਕ ਪਿੱਛੇ ਥੋੜ੍ਹੀ ਹਾਂ ਵੀ ਸਤਿਗੁਰੂ ਮੇਰਾ ਕੰਮ ਕਰ ਦਿਓ, ਮੈਂ ਇਤਨੇ ਦਿਨ ਤੁਹਾਡੇ ਦਰ ਦੀ ਹਾਜ਼ਰੀ ਭਰਾਂਗਾ। ਉਹ ਤੇ ਹੈ ਹੀ ਜੀਵਨ ਮਨੋਰਥ ਸੀ ਸਾਡਾ, ਉਹ ਤੇ ਹੈ ਹੀ ਜੀਵਨ ਮਨੋਰਥ ਸੀ ਸਾਡਾ। ਸੰਗਤ ਕਰਨਾ ਕੋਈ ਵਪਾਰ ਵਾਸਤੇ, ਲੈਣ ਦੇਣ ਵਾਸਤੇ ਨਹੀਂ ਹੈ। ਇਹ ਤੇ ਸਾਡੀ ਪੜ੍ਹਾਈ ਹੈ, ਇਹ ਤੇ ਸਾਡਾ ਧਰਮ ਹੈ, ਇਹ ਤੇ ਸਾਡਾ ਫਰਜ਼ ਹੈ। ਤੇ ਅਸੀਂ ਉਸ ਫਰਜ਼ ਨੂੰ ਹੀ ਇੱਕ ਤਰੀਕੇ ਦਾ ਰੱਬ ਤੇ ਅਹਿਸਾਨ ਕਰਕੇ ਤੇ ਆਖਦੇ ਹਾਂ ਬਈ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ, ਮੈਂ ਇਤਨੇ ਦਿਨ ਤੇਰੀ ਸੰਗਤ ਵਿੱਚ ਆ ਕੇ ਸੇਵਾ ਕਰਾਂਗਾ। ਇਹ ਹੈ ਕੁਚੱਜ, ਇਹ ਹੈ ਅਗਿਆਨਤਾ, ਔਰ ਇਹ ਸਾਡੀ ਹੈ। ਪਰ ਕਦੀ ਰੱਬ ਨੇ ਤੁਹਾਨੂੰ ਇਹ ਕਿਹਾ, ਅੱਗੋਂ ਕਦੀ ਇਹ ਜਵਾਬ ਮਿਲਿਆ ਵੀ ਇਹ ਤੇ ਤੂੰ ਚਲਾਕੀਆਂ ਪਿਆ ਖੇਡਦਾ ਹੈ ਮੇਰੇ ਨਾਲ। ਤੁਸੀਂ ਆਏ ਉਸੇ ਤਰ੍ਹਾਂ, ਤੁਸੀਂ ਦਾ ਮਤਲਬ ਕੋਈ ਇੱਕ ਬੰਦਾ ਆਪਣੇ ਵੱਲ ਨਾ ਲਵੇ ਵੀ ਅਸੀਂ ਸਾਰੇ ਹੀ ਹਾਂ ਉਹਦੇ 'ਚ। ਅਸੀਂ ਆਏ ਉਸੇ ਤਰ੍ਹਾਂ, ਆਪਣਾ ਦਿਮਾਗ ਲਾਇਆ, ਆਪਣੀ ਤਰਫੋਂ ਚਲਾਕੀ ਲਾਈ, ਸਿਆਣਪ ਲਾਈ, ਚਤੁਰਾਈ ਲਾਈ, ਤੇ ਕੰਮ ਬਣ ਗਿਆ। ਤੇ ਫਿਰ ਅਸੀਂ ਸੋਚਿਆ ਵੀ ਇਹ ਤਰੀਕਾ ਤੇ ਬੜਾ ਵਧੀਆ ਹੈ। ਕੋਈ ਕੰਮ ਕਰਾਉਣਾ ਹੋਵੇ ਰੱਬ ਤੋਂ, ਇੰਨੀ ਭੇਟਾ ਦੇ ਦਿਓ, ਇੰਨੇ ਦਿਨ ਪਾਠ ਕਰ ਲਓ, ਇੰਨੇ ਦਿਨ ਸੇਵਾ ਕਰ ਲਓ, ਕੰਮ ਬਣ ਜਾਵੇਗਾ। ਹੁਣ ਉਹ ਰੱਬ ਹੈ ਨਾ ਜਿਹੜਾ ਬੈਠਾ ਹੋਇਆ ਵੇਖ ਕੇ ਸਾਨੂੰ ਹੱਸਦਾ ਵੀ ਹੈ। ਉਹਨੂੰ ਕ੍ਰੋਧ ਨਹੀਂ ਆਉਂਦਾ ਸਾਡੇ ਉੱਤੇ, ਜਿਵੇਂ ਸਾਨੂੰ ਕ੍ਰੋਧ ਆ ਗਿਆ ਨਾ ਵੀ ਉਹ ਮੈਨੂੰ ਮੂਰਖ ਬਣਾ ਗਿਆ।
ਉਹਨੇ ਮੇਰੇ ਅੱਗੇ ਆ ਕੇ ਝੂਠ ਬੋਲਿਆ। ਕਦੀ ਨਾ ਕਦੀ ਅਸੀਂ ਵੀ ਆਪਣੀ ਅਰਦਾਸ 'ਚ ਝੂਠ ਦੀ ਵਰਤੋਂ ਜ਼ਰੂਰ ਕੀਤੀ ਹੋਏਗੀ, ਚਾਹੇ ਉਹ ਬੋਲਣ ਵਾਲਾ ਨਾ ਹੋਵੇ। ਵਿਕਾਰ ਵੀ, ਵੈਰ ਵਿਰੋਧ, ਈਰਖਾ, ਦੂਸਰੇ ਨਾਲ ਪ੍ਰਤੀਯੋਗਿਤਾ ਕਰਕੇ ਕੋਈ ਚੀਜ਼, ਇਹ ਸਭ ਉਸ ਝੂਠ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਤੇ ਰੱਬ ਜਦੋਂ ਸੁਣਦਾ ਹੈ ਨਾ ਸਾਡੀ ਅਰਦਾਸ, ਉਹ ਹੱਸਦਾ ਹੈ। ਫਿਰ ਉਹਨੂੰ ਕ੍ਰੋਧ ਨਹੀਂ ਆਉਂਦਾ ਕਦੀ ਵੀ। ਜਿਵੇਂ ਸਾਨੂੰ ਕ੍ਰੋਧ ਆਇਆ, ਉਹ ਬੰਦਾ ਦੁਬਾਰਾ ਆ ਜਾਵੇ, ਅਸੀਂ ਤਾਂ ਪਹਿਲੇ 20 ਗੱਲਾਂ ਉਹਨੂੰ ਸੁਣਾਵਾਂਗੇ, ਫਿਰ ਬੇਇੱਜ਼ਤੀ ਕਰਕੇ ਉਹਨੂੰ ਦੌੜਾ ਦਿਆਂਗੇ ਆਪਣੇ ਘਰ 'ਚੋਂ ਵੀ ਜਾ, ਅੱਜ ਤੋਂ ਬਾਅਦ ਮੈਂ ਨਹੀਂ ਤੇਰੀ ਮਦਦ ਕਰਨੀ। ਪਰ ਕੀ ਪਰਮਾਤਮਾ ਨੇ ਕਦੀ ਸਾਡੇ ਨਾਲ ਇਹ ਵਿਵਹਾਰ ਕੀਤਾ? ਕਦੀ ਨਹੀਂ ਕੀਤਾ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਕਿਉਂ ਨਹੀਂ ਪਛਤਾਉਂਦਾ? ਗੁਰੂ ਸਾਹਿਬ ਕਹਿੰਦੇ, ਤੂੰ ਪ੍ਰਭ ਦਾਤਾ, ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਸਤਿਗੁਰੂ ਕਹਿੰਦੇ, ਉਹ ਜੋ ਮਿਲਿਆ ਨਾ ਜਿਸ ਨੂੰ ਵੀ, ਉਹ ਪਹਿਲੇ ਤੋਂ ਲਿਖਾ ਕੇ ਲਿਆਇਆ ਸੀ ਆਪਣੀ ਪ੍ਰਾਲਬਧ ਵਿੱਚ। ਮੈਂ ਇਤਨੀ ਬੇਨਤੀ ਕਰ ਰਿਹਾ ਹਾਂ ਔਰ ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਕਰ ਰਿਹਾ ਹਾਂ, ਇੱਕ ਦਾਣਾ ਵੀ ਅਗਰ ਅੰਨ ਦਾ ਸਾਡਾ ਕਿਸੇ ਥਾਂ 'ਤੇ ਲਿਖਿਆ ਹੋਇਆ ਹੈ, ਸਾਨੂੰ ਉਤਨੇ ਮੀਲ ਜਾਣਾ ਹੀ ਪਵੇਗਾ ਉੱਥੇ ਉਹ ਦਾਣਾ ਖਾਣ ਲਈ। ਬਸ ਇਹ ਯਾਦ ਰੱਖਣਾ ਗੱਲ। ਕਿਧਰੇ ਲੈਣ ਦੇਣ ਸਾਡਾ ਹੈ, ਪਰ ਅਸੀਂ ਕਹਿੰਦੇ ਹਾਂ ਇਸ ਬੰਦੇ ਨੂੰ ਤਾਂ ਮੈਂ ਜਾਣਦਾ ਵੀ ਨਹੀਂ, ਪਰ ਅਚਨਚੇਤ ਤੇ ਉਹ ਲੈਣ ਦੇਣ ਲਿਖਿਆ ਹੋਇਆ ਸੀ ਪ੍ਰਾਲਬਧ ਵਿੱਚ ਸਾਡੀ। ਮੈਂ ਬਹੁਤ ਪਹਿਲੇ ਇੱਕ ਵਿਚਾਰ ਰੱਖੀ ਸੀ, ਆਪ ਨੂੰ ਯਾਦ ਹੋਏਗਾ। ਕਈ ਵਾਰ ਸਫ਼ਰ ਵਿੱਚ ਜਾ ਰਹੇ ਹੁੰਦੇ ਹਾਂ, ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦਾ ਵੀ ਇੱਥੇ ਰੁਕਾਂਗੇ, ਅਚਾਨਕ ਕੋਈ ਗੱਡੀ ਖਰਾਬ ਹੋ ਗਈ ਜਾਂ ਅਚਾਨਕ ਬ੍ਰੇਕਾਂ ਮਾਰੀਆਂ, ਰੁਕੇ, ਉੱਥੇ ਥੱਲੇ ਉਤਰੇ, ਪਾਣੀ ਦਾ ਗਲਾਸ ਪੀ ਲਿਆ। ਉਹ ਲਿਖਿਆ ਹੀ ਹੋਇਆ ਸੀ ਸਾਡਾ, ਕਿਵੇਂ ਨਾ ਪਹੁੰਚਦੇ ਅਸੀਂ ਉੱਥੇ। ਤਾਂ ਇੱਕ ਗੱਲ ਯਾਦ ਰੱਖਣਾ, ਇੱਕ ਭਰੋਸਾ ਅਗਰ ਜੀਵਨ ਵਿੱਚ ਆ ਜਾਵੇ, ਔਰ ਇਹ ਵੀ ਮੇਰੇ ਕਹਿਣ ਨਾਲ ਨਹੀਂ ਆਏਗਾ, ਮੈਂ ਤਾਂ ਸਿਰਫ ਜ਼ਿਕਰ ਕਰ ਸਕਦਾ ਹਾਂ, ਆਪ ਜੀ ਸੁਣ ਸਕਦੇ ਹੋ। ਬਗੈਰ ਰੱਬ ਦੀ ਕਿਰਪਾ, ਉਹਦੀ ਬਖਸ਼ਿਸ਼ ਦੇ ਨਾ ਇਹ ਸਿਦਕ ਨਹੀਂ ਆਏਗਾ ਕਿ ਦ੍ਰਿੜ ਵਿਸ਼ਵਾਸ ਹੋ ਜਾਵੇ ਸਿੱਖ ਨੂੰ ਬਈ ਜੋ ਕੁਝ ਮੈਨੂੰ ਮਿਲਣਾ ਹੈ, ਜੋ ਕੁਝ ਮੇਰੇ ਤੋਂ ਜਾਣਾ ਹੈ, ਉਹ ਸਭ ਕੁਝ ਪਹਿਲੇ ਲਿਖਿਆ ਗਿਆ ਹੈ। ਨਾ ਮੇਰੇ ਤੋਂ ਕੋਈ ਕੁਝ ਖੋ ਸਕਦਾ ਹੈ ਤੇ ਨਾ ਮੈਨੂੰ ਕੋਈ ਕੁਝ ਦੇ ਸਕਦਾ ਹੈ। ਜਿਸ ਨੇ ਖੋਣਾ ਹੋਏਗਾ ਮੇਰੇ ਤੋਂ ਕੁਝ, ਉਹ ਵੀ ਆਪਣੇ ਵਕਤ ਸਿਰ ਸਾਹਮਣੇ ਆ ਜਾਏਗਾ, ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਤੋਂ ਸਭ ਕੁਝ ਲੈ ਜਾਵੇਗਾ, ਮੈਂ ਕੁਝ ਕਰ ਵੀ ਨਹੀਂ ਪਾਵਾਂਗਾ। ਤੇ ਜਿਹੜਾ ਕੋਈ ਦੇਣ ਦਾ ਕਾਰਨ ਬਣੇਗਾ, ਮੈਨੂੰ ਕੋਈ ਉਦਮ ਤੱਕ ਕਰਨ ਦੀ ਲੋੜ ਨਹੀਂ, ਆਪਣੇ ਆਪ ਮਾਲਕ ਉਹ ਚੀਜ਼ ਮੇਰੇ ਘਰ ਤੱਕ ਪਹੁੰਚਾ ਦੇਵੇਗਾ। ਇਹਨੂੰ ਕਹਿੰਦੇ ਦੇ ਜੀਆਂ ਰਿਜ਼ਕ ਸੰਭਾਹੇ। ਸੰਭਾਹੇ ਦਾ ਅਰਥ ਹੈ ਪਹੁੰਚਾ ਦੇਦਾ ਹੈ, ਅਪਣਾਉਂਦਾ ਹੈ। ਉਹ ਭਾਈ ਜੀਵਾ ਜੀ ਦੀ ਕਥਾ ਆਉਂਦੀ ਹੈ ਨਾ ਜੀ, ਚਲੋ ਇੱਕ ਜ਼ਿਕਰ ਆਇਆ ਹੈ ਵਿੱਚ, ਜੀਵਾ ਤੇ ਜੀਵਾਈ ਖਿਚੜੀ ਲਿਆਇਆ ਕਰਦੇ ਸਨ ਗੁਰੂ ਅੰਗਦ ਦੇਵ ਜੀ ਸਾਹਿਬ ਵਾਸਤੇ। ਤੇ ਇੱਕ ਦਿਨ ਬੜੀ ਹਨੇਰੀ ਆਈ, ਬਰਸਾਤ ਆਈ, ਮੀਂਹ ਪੈ ਰਿਹਾ ਹੈ, ਤੇ ਇਹਨਾਂ ਨੂੰ ਲੱਗਿਆ ਬਈ ਅੱਜ ਤੇ ਅਸੀਂ ਖਿਚੜੀ ਦੀ ਸੇਵਾ ਨਹੀਂ ਕਰ ਸਕਾਂਗੇ। ਅਰਦਾਸਾਂ ਕਰਨ ਲੱਗ ਪਏ ਵੀ ਹੇ ਸੱਚੇ ਪਾਤਸ਼ਾਹ, ਬਰਸਾਤ ਰੋਕੋ, ਹਨੇਰੀ ਰੋਕੋ, ਤੂਫਾਨ ਰੋਕੋ ਤਾਂ ਕਿ ਅਸੀਂ ਆਈਏ। ਹੁਣ ਉਹ ਥੋੜ੍ਹੀ ਦੇਰ, ਜਿਤਨੀ ਦੇਰ ਹਨੇਰੀ ਦਾ ਸਮਾਂ ਸੀ, ਉਸ ਤੋਂ ਬਾਅਦ ਰੁਕ ਗਈ। ਇਹਨਾਂ ਨੂੰ ਇਹ ਲੱਗਿਆ ਵੀ ਅਸੀਂ ਅਰਦਾਸ ਕੀਤੀ, ਉਹ ਸਾਡੇ ਵਾਲੀ ਗੱਲ ਸਾਰੀ ਵੀ ਮੈਂ ਅਰਦਾਸ ਕੀਤੀ ਤੇ ਤਾਂ ਇਹ ਹੋ ਗਿਆ, ਉਹ ਹੋਣਾ ਹੀ ਸੀ। ਯਾਦ ਰੱਖਣਾ, ਇਹ ਇੱਕ ਅਗਲੀ ਹੋਰ ਉੱਚੀ ਪੌੜੀ ਹੈ। ਜਦੋਂ ਗਿਆਨ ਵਾਲੀ ਅਵਸਥਾ 'ਤੇ, ਇਹ ਸੋਝੀ ਕਹਿੰਦੇ ਹਨ ਇਹਨੂੰ ਬੇਸਿਕਲੀ, ਇਸ ਸੋਝੀ 'ਤੇ ਜਦੋਂ ਮਨੁੱਖ ਜੀਣ ਲੱਗ ਪੈਂਦਾ ਹੈ, ਔਰ ਇਸ ਸੋਝੀ ਤੋਂ ਬਾਅਦ ਜਿਹੜਾ ਸਹਿਜ ਜੀਵਨ ਵਿੱਚ ਆਇਆ ਹੈ ਉਹ ਹੋਰ ਮਜ਼ਬੂਤ ਹੋਣ ਲੱਗ ਪੈਂਦਾ ਹੈ। ਯਾਦ ਰੱਖਣਾ, ਸਹਿਜ ਹੋਰ ਪਰਪੱਕ ਹੋ ਜਾਏਗਾ। ਮਨੁੱਖ ਦੇ ਬੋਲ ਬੜੇ ਘਟ ਜਾਣਗੇ, ਮੰਗਾਂ ਬਹੁਤ ਘਟ ਜਾਣਗੀਆਂ, ਚਿੰਤਾਵਾਂ ਬੜੀਆਂ ਘਟ ਜਾਣਗੀਆਂ। ਆਪ ਸਮਝ ਰਹੇ ਹੋਗੇ ਜਿਹੜੇ ਜੀ ਰਹੇ ਹੋ ਇਸ ਗੱਲ ਨੂੰ। ਤੋ ਜਦੋਂ ਜੀ ਰੁਕ ਗਿਆ ਉਹ ਮੀਂਹ ਝੱਖੜ ਸਭ ਕੁਝ, ਗੁਰੂ ਸਾਹਿਬ ਜੀ ਦੇ ਕੋਲ ਗਏ, ਸਤਿਗੁਰੂ ਕਹਿੰਦੇ ਅੱਜ ਖਿਚੜੀ ਨਹੀਂ ਖਾਣੀ। ਉਹ ਤੇ ਰੋਣ ਲੱਗ ਪਏ ਦੋਵੇਂ।
ਪਾਤਸ਼ਾਹ ਇਤਨੀਆਂ ਅਰਦਾਸਾਂ ਕੀਤੀਆਂ, ਇਤਨੇ ਤਰਲੇ ਪਾਏ, ਮੀਂਹ ਰੁਕਿਆ ਤੇ ਤੁਸੀਂ ਆਖਦੇ ਹੋ ਖਿਚੜੀ ਨਹੀਂ ਖਾਣੀ। ਸਤਿਗੁਰੂ ਕਹਿੰਦੇ ਤੁਸੀਂ ਭਾਣੇ ਵਿੱਚ ਫਰਕ ਪਾਉਣ ਦਾ ਯਤਨ ਕੀਤਾ ਹੈ। ਪਾਤਸ਼ਾਹ ਸਮਝ ਨਹੀਂ ਆਈ ਗੱਲ। ਇਸ ਸਾਖੀ ਵਿੱਚੋਂ ਕਈ ਲੋਕ ਤਰਕ ਵੀ ਕੱਢਦੇ ਹਨ, ਕਈ ਬੇਬੁਨਿਆਦ ਜਿਹੇ। ਪਰ ਮੈਂ ਹਰ ਵਾਰ ਇੱਕ ਬੇਨਤੀ ਕਰਦਾ ਹਾਂ, ਕਥਾ ਦਾ ਨਾ ਇੱਕ ਨਿਯਮ ਹੁੰਦਾ ਹੈ, ਇੱਕ ਵੇਲੇ ਉਦਾਹਰਣ ਦਾ ਇੱਕੋ ਹੀ ਪੱਖ ਲਿਆ ਜਾਣਾ ਚਾਹੀਦਾ ਹੈ। ਜਦੋਂ ਤੁਸੀਂ ਸੂਰਜ ਦੇ ਪ੍ਰਕਾਸ਼ ਦੀ ਗੱਲ ਕਰ ਰਹੇ ਹੋ ਨਾ, ਫਿਰ ਤਪਸ਼ ਦੀ ਗੱਲ ਨਹੀਂ ਹੋਏਗੀ ਉੱਥੇ। ਤੇ ਜਦੋਂ ਤਪਸ਼ ਦੀ ਗੱਲ ਕਰ ਰਹੇ ਹੋ, ਅਗਰ ਤਪਸ਼ ਨੂੰ ਔਗੁਣ ਬਣਾ ਕੇ ਪੇਸ਼ ਕਰ ਰਹੇ ਹੋ, ਫਿਰ ਉੱਥੇ ਤੁਸੀਂ ਉਹਦੇ ਪ੍ਰਕਾਸ਼ ਦਾ ਗੁਣ ਨਹੀਂ ਕਹਿ ਸਕਦੇ। ਯਾਦ ਰੱਖਣਾ, ਜਿਨ੍ਹਾਂ ਤੋਂ ਮੈਂ ਵੀ ਕਥਾ ਸਿੱਖੀ, ਸਾਨੂੰ ਦੱਸੀ ਗਈ ਇਹ ਗੱਲ ਕਿ ਬਈ ਇੱਕ ਮਰਿਆਦਾ ਹੈ। ਇਹ ਨਹੀਂ ਆਪਣੇ ਮਨ ਘੜੰਤ ਜੋ ਮਰਜ਼ੀ ਤੁਸੀਂ ਬੋਲੀ ਜਾਓ, ਇਸ ਤਰ੍ਹਾਂ ਨਹੀਂ ਹੁੰਦਾ। ਗੁਰਬਾਣੀ ਨੂੰ ਇਸ ਤਰੀਕੇ ਨਾਲ ਸਮਝਣਾ ਹੈ ਕਿ ਕਿਧਰੇ ਕੰਟਰਾਡਿਕਸ਼ਨਸ ਨਾ ਆ ਜਾਣ। ਹਾਲਾਂਕਿ ਗੁਰਬਾਣੀ ਵਿੱਚ ਤੇ ਕੋਈ ਵੀ ਆਪਸ ਵਿੱਚ ਇਸ ਪ੍ਰਕਾਰ ਦੀ ਵਿਚਾਰ ਹੈ ਨਹੀਂ, ਉਹ ਮੇਰੀ ਅਲਪ ਮਤ ਹੈ, ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਵਿਰੋਧਾਭਾਸ ਹੋ ਰਿਹਾ ਹੈ, ਪਰ ਹੈ ਕੁਛ ਵੀ ਨਹੀਂ ਐਸਾ। ਕਿਉਂਕਿ ਜਿਉਂ-ਜਿਉਂ ਏਕਤਾ ਵੱਲ ਅਸੀਂ ਜਾਂਦੇ ਹਾਂ, ਅਨੇਕ ਹੈ ਫਿਰ ਏਕ ਵੱਲ ਜਦੋਂ ਅਸੀਂ ਜਾ ਰਹੇ ਹਾਂ, ਤਿਉਂ-ਤਿਉਂ ਇਹ ਸਾਰੀਆਂ ਵਿਰੋਧੀ ਵਿਚਾਰਾਂ ਜੋ ਆਪਸ 'ਚ ਕਦੀ ਟਕਰਾਉਂਦੀਆਂ ਸਨ, ਇਹ ਜਿਗਿਆਸੂ ਦੇ ਮਨ 'ਚ ਬਹੁਤ ਹੁੰਦੀਆਂ ਹਨ। ਇੱਧਰੋਂ ਵੀ ਖਿਆਲ ਆਇਆ, ਉੱਧਰੋਂ ਵੀ ਆਇਆ, ਉੱਧਰੋਂ ਵੀ ਆਇਆ, ਉੱਧਰੋਂ ਵੀ ਆਇਆ। ਉਹ ਕਈ ਵਾਰ ਪਰੇਸ਼ਾਨ ਰਹਿੰਦਾ ਹੈ ਬੜਾ, ਉੱਤਰ ਮਿਲ ਨਹੀਂ ਰਹੇ ਹੁੰਦੇ ਉਹਨੂੰ। ਇਸੀ ਕਰਕੇ ਉਹਨੂੰ ਕਿਹਾ ਗਿਆ ਵੀ ਸਾਧ ਸੰਗਤ ਵਿੱਚ ਆ, ਜੁੜ ਤੋਂ, ਤੇ ਤਾਂ ਕਿ ਤੈਨੂੰ ਸੁਣ ਕੇ ਸੁਣਿਆ ਸਿੱਧ ਪੀਰ ਸੁਰਨਾਥ, ਮਤਲਬ ਤੇਰਾ ਵਿਜ਼ਨ ਕਲੀਅਰ ਹੋ ਜਾਵੇ, ਤੇਰੇ ਕਨਸੈਪਟਸ ਕਲੀਅਰ ਹੋਣ। ਤਾਂ ਇੱਥੇ ਜੀ ਸਤਿਗੁਰੂ ਕਹਿੰਦੇ ਅੱਜ ਖਿਚੜੀ ਨਹੀਂ ਖਾਣੀ। ਪਾਤਸ਼ਾਹ ਇਤਨੇ ਤਰਲੇ ਲੈ, ਅਰਦਾਸਾਂ ਲਈਆਂ, ਤੇ ਆਪ ਜੀ ਅੱਜ ਪ੍ਰਵਾਨ ਨਹੀਂ ਕਰ ਰਹੇ ਇਸ ਪ੍ਰਸਾਦ ਨੂੰ, ਖਿਚੜੀ ਨੂੰ। ਕਹਿੰਦੇ ਭਾਣੇ 'ਚ ਫਰਕ ਕਿਉਂ ਪਾਉਣ ਦਾ ਯਤਨ ਕੀਤਾ? ਸਤਿਗੁਰੂ ਸਮਝੇ ਨਹੀਂ। ਪਾਤਸ਼ਾਹ ਨੇ ਉੱਥੇ ਕਿਹਾ ਸੀ, ਕਹਿੰਦੇ ਇਹ ਜੋ ਹਨੇਰੀਆਂ ਚਲਦੀਆਂ ਹਨ ਨਾ, ਬਰਸਾਤਾਂ ਪੈਂਦੀਆਂ ਹਨ, ਪਾਣੀ ਜਿਹੜਾ ਚੜ੍ਹ ਜਾਂਦਾ ਹੈ, ਤੇ ਪਾਣੀ ਦਾ ਚੜ੍ਹਨਾ ਪਤਾ ਕਿਉਂ ਹੁੰਦਾ ਹੈ? ਕਿ ਇੱਕ ਥਾਂ 'ਤੇ ਪਈ ਹੋਈ ਕੋਈ ਚੀਜ਼ ਦੂਸਰੀ ਥਾਂ ਦੇ ਜੀਵਾਂ ਤੱਕ ਪਹੁੰਚ ਜਾਵੇ। ਰੱਬ ਪਤਾ ਨਹੀਂ ਕਿਤਨੇ ਜੀਵਾਂ ਦਾ ਰਿਜ਼ਕ ਉਸ ਪਾਣੀ ਦੇ ਬਹਾਵ ਨਾਲ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਲੈ ਕੇ ਜਾਂਦਾ ਹੈ, ਤੇ ਤੂੰ ਉਸ ਪਾਣੀ ਨੂੰ ਰੋਕਣ ਵਾਲਾ ਕੌਣ ਹੈ? ਇਹ ਝੱਖੜ ਜਿਹੜੇ ਹੁੰਦੇ ਹਨ, ਵੱਡੇ ਵੱਡੇ ਅਜਗਰ ਜਿਹੜੇ ਹਿੱਲ ਨਹੀਂ ਸਕਦੇ ਆਪਣੀ ਜਗ੍ਹਾ ਤੋਂ, ਜਦੋਂ ਹਨੇਰੀਆਂ ਚਲਦੀਆਂ ਹਨ ਇੰਝ ਮੂੰਹ ਖੋਲ ਲੈਂਦੇ ਹਨ, ਇੰਝ ਮੂੰਹ ਅੱਡ ਲੈਂਦੇ ਹਨ, ਤੇ ਉਹਨਾਂ ਹਨੇਰੀਆਂ ਰਾਹੀਂ ਜਿਹੜੇ ਕੀੜੇ ਪਤੰਗੇ ਜੋ ਕੁਝ ਉੱਡ ਰਹੇ ਹੁੰਦੇ ਹਨ, ਉਹਨਾਂ ਦੇ ਮੂੰਹ 'ਚ ਪੈਣੇ ਸ਼ੁਰੂ ਹੋ ਜਾਂਦੇ ਹਨ। ਚਿੜੀਆਂ ਦੇ ਬੱਚੇ, ਇਹ ਹਨੇਰੀਆਂ ਉਹਨਾਂ ਦੇ ਮੂੰਹ ਤੱਕ ਉਹਨਾਂ ਦਾ ਰਿਜ਼ਕ ਲੈ ਕੇ ਜਾਂਦੀਆਂ ਹਨ। ਇਸ ਕਰਕੇ ਰੱਬ ਹਨੇਰੀਆਂ ਚਲਾਉਂਦਾ ਹੈ, ਤੂਫਾਨ ਚਲਾਉਂਦਾ ਹੈ। ਇਸ ਕਰਕੇ ਬਰਸਾਤ ਪੈਣੀ ਬੜੀ ਜ਼ਰੂਰੀ ਹੈ ਤਾਂ ਕਿ ਨਵੀਂ ਫਸਲ ਹੋਵੇ। ਤੇ ਤੂੰ ਰੱਬ ਦੇ ਭਾਣੇ ਵਿੱਚ ਕਿਉਂ ਖਲਲ ਪਾਉਣ ਦਾ ਯਤਨ ਕਰਦਾ ਹੈ? ਤੂੰ ਅੱਜ ਇਹ ਜੋ ਲੈ ਕੇ ਆਇਆ ਹੈ ਪ੍ਰਸਾਦ, ਇਹਨੂੰ ਅਸੀਂ ਪ੍ਰਵਾਨ ਨਹੀਂ ਕਰਾਂਗੇ। ਰੋਣ ਲੱਗ ਪਏ। ਸਤਿਗੁਰੂ ਨੇ ਕਿਹਾ ਅੱਜ ਤੋਂ ਬਾਅਦ ਕਦੀ ਵੀ ਭਾਣੇ ਦੇ ਸਾਹਮਣੇ ਖਲੋ ਕੇ ਅਰਦਾਸ ਨਹੀਂ ਕਰਨੀ। ਜੋ ਵਰਤ ਰਿਹਾ ਹੈ ਉਹਨੂੰ ਵਰਤਣ ਦੇ। ਇੱਥੇ ਬੜੇ ਲੋਕ ਕਹਿੰਦੇ ਫਿਰ ਦੁੱਖ ਵੇਲੇ ਵੀ ਨਾ ਕਰੀ ਅਰਦਾਸ ਜੀ। ਮੈਂ ਦੇਖੋ ਇੱਕ ਬੇਨਤੀ ਸਾਫ਼ ਕਰ ਦੇਵਾਂ ਬੜੀ ਸਪਸ਼ਟ, ਕਿ ਹਰ ਸਤਸੰਗੀ ਦੀ ਨਾ ਆਪਣੀ ਇੱਕ ਅਵਸਥਾ ਹੁੰਦੀ ਹੈ। ਸਕੂਲ ਵਿੱਚ ਤਾਂ ਤੁਹਾਨੂੰ ਪਤਾ ਹੈ, ਕਿਸੇ ਸਕੂਲ 'ਚ ਅੱਜ ਕਿਸੇ ਵੀ ਸਕੂਲ 'ਚ ਚਲੇ ਜਾਵੋ, ਹਰ ਕਲਾਸ 'ਤੇ ਬਾਹਰ ਨਾ ਉੱਤੇ ਲਿਖਿਆ ਹੁੰਦਾ ਪਹਿਲੀ, ਦੂਸਰੀ, ਤੀਸਰੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ। ਹਰ ਕਲਾਸਰੂਮ ਦੇ ਬਾਹਰ ਲਿਖਿਆ ਹੁੰਦਾ ਵੀ ਕਿਹੜੀ ਕਲਾਸ ਹੈ, ਅਤੇ ਉਹਦੇ ਹਿਸਾਬ ਨਾਲ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਪਹਿਲੀ ਆ ਉਸ ਤੋਂ ਛੋਟੀ ਵਾਲੀ 'ਚੋਂ ਸਭ ਤੋਂ ਜ਼ਿਆਦਾ ਸ਼ੋਰ ਸ਼ਰਾਬਾ ਹੁੰਦਾ ਹੈ। ਜਿਉਂ-ਜਿਉਂ ਕਲਾਸਾਂ ਉੱਚੀਆਂ ਹੋਣਗੀਆਂ ਨਾ, ਸ਼ੋਰ ਘਟ ਜਾਏਗਾ, ਗੰਭੀਰਤਾ ਆ ਜਾਏਗੀ। ਪਰ ਜਿਹੜੀ ਸਾਧ ਸੰਗਤ ਹੈ ਨਾ, ਇੱਥੇ ਕਿਸੇ ਨੂੰ ਲੇਬਲ ਨਹੀਂ ਦਿੱਤਾ ਗਿਆ, ਜਾਂ ਇੱਥੇ ਇਹ ਨਹੀਂ ਦੱਸਿਆ ਗਿਆ ਵੀ ਉੱਥੇ ਤੁਸੀਂ ਪਹਿਲੀ ਵਾਲੇ ਬੈਠ ਜਾਓ, ਉੱਥੇ ਦੂਜੀ ਵਾਲੇ, ਉੱਥੇ ਵਿਤਕਰਾ ਨਹੀਂ ਕੀਤਾ ਗਿਆ। ਇੱਥੇ ਸਾਰੇ ਇੱਕੋ ਹੀ ਥਾਂ 'ਤੇ ਬੈਠੇ ਹੋਏ ਹਨ।
ਔਰ ਗੁਰੂ ਦੀ ਇਹ ਵਡਿਆਈ ਹੈ। ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਜੀ ਦਾ ਮੈਂ ਇੰਟਰਵਿਊ ਸੁਣ ਰਿਹਾ ਸਾਂ ਕਿਸੇ ਵੇਲੇ, ਅਤੇ ਉਹਨਾਂ ਨੇ ਇਹ ਦੱਸੀ ਗੱਲ, ਕਹਿੰਦੇ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਅਤੇ ਅੰਮ੍ਰਿਤ ਵੇਲੇ ਇੱਕੋ ਹੀ ਆਉਂਦਾ ਹੈ, ਇੱਕੋ ਹੀ ਸ਼ਬਦ ਆਉਂਦਾ ਹੈ ਸਿਰਫ। ਕਿਸੇ ਵੀ ਗੁਰਦੁਆਰੇ ਤੋਂ ਲੈ ਲਓ ਚਲੋ, ਕਿਉਂਕਿ ਹਰਿਮੰਦਰ ਸਾਹਿਬ ਕੇਂਦਰੀ ਅਸਥਾਨ ਸਾਡਾ ਹੈ, ਇਸ ਕਰਕੇ ਅਸੀਂ ਉਹਦੀ ਉਦਾਹਰਣ ਦੇ ਦਿੰਦੇ ਹਾਂ ਬਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁੱਖ ਵਾਕ ਤਾਂ ਇੱਕੋ ਹੀ ਆਉਂਦਾ ਹੈ, ਪਰ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇ ਦਿੰਦਾ ਹੈ। ਸਾਰਿਆਂ ਦੇ ਸਵਾਲਾਂ ਦੇ ਜਵਾਬ ਤੁਸੀਂ ਜਿਹਨੂੰ ਪੁੱਛੋ ਕਹੇਗਾ ਅੱਜ ਮੈਨੂੰ ਸਤਿਗੁਰੂ ਤੋਂ ਆਪਣੇ ਸਵਾਲ ਦਾ ਜਵਾਬ ਮਿਲ ਗਿਆ, ਸਤਿਗੁਰੂ ਨੇ ਅੱਜ ਮੈਨੂੰ ਰਸਤਾ ਦਿਖਾ ਦਿੱਤਾ। ਇਸ ਪੜ੍ਹਾਈ ਦੀ ਇਹ ਵਡਿਆਈ ਹੈ। ਇਸ ਨੂੰ ਉਹ ਵੀ ਪੜ੍ਹੇ ਜਿਸ ਨੇ ਹਲੇ ਪੜ੍ਹਨਾ ਸ਼ੁਰੂ ਕੀਤਾ ਹੈ, ਉਹਨੂੰ ਵੀ ਆਪਣੀ ਸਮੱਸਿਆ ਦਾ ਨਿਵਾਰਣ ਮਿਲੇਗਾ, ਆਪਣੇ ਸਵਾਲਾਂ ਦੇ ਜਵਾਬ ਮਿਲਣਗੇ। ਅਤੇ ਇਹਨੂੰ ਉਹ ਵੀ ਪੜ੍ਹੇ ਜਿਹੜਾ ਬਹੁਤ ਅੱਗੇ ਜਾ ਚੁੱਕਾ ਹੈ, ਉਤਨੀ ਗੰਭੀਰਤਾ ਨਾਲ ਉਹ ਸਮਝੇਗਾ। ਤੋ ਜਦ ਮੈਂ ਇਹ ਕਹਿ ਰਿਹਾ ਹਾਂ ਕਿ ਪਾਤਸ਼ਾਹ ਨੇ ਕਿਹਾ ਹੈ ਭਾਣੇ ਵਿੱਚ ਰਹਿ ਕੇ ਜਿਉਣਾ ਹੈ, ਭਾਣੇ ਤੋਂ ਉਲਟ ਅਰਦਾਸ ਨਹੀਂ ਕਰਨੀ, ਅਤੇ ਇਹਦੇ ਅਰਥ ਸਮਝ ਲੈਣਾ ਕਿ ਭਾਣੇ ਦੀ ਪੜ੍ਹਾਈ ਉਹ ਜਿਤਨੀ ਜਿਸ ਨੂੰ ਕਰਾ ਰਿਹਾ ਹੈ ਨਾ ਅਕਾਲ ਪੁਰਖ ਸਤਿਗੁਰੂ ਜੀ, ਜਿਹਨੂੰ ਜਿਤਨੀ ਸੋਝੀ ਬਖਸ਼ ਰਹੇ ਹਨ, ਇਹ ਸੋਝੀ ਉਹਦੇ ਭਾਣੇ ਵਿੱਚ ਹੀ ਆਈ ਹੈ। ਤਾਂ ਸਤਿਗੁਰੂ ਨੇ ਉਹਨਾਂ ਨੂੰ ਕਿਹਾ ਬਈ ਤੁਸੀਂ ਬਹੁਤ ਅੱਗੇ ਜਾਣਾ ਹੈ, ਇਸ ਕਰਕੇ ਤੁਹਾਡਾ ਇਹ ਪੱਖ ਸਪਸ਼ਟ ਹੋਣਾ ਬੜਾ ਜ਼ਰੂਰੀ ਹੈ ਕਿ ਅੱਜ ਤੋਂ ਬਾਅਦ ਕਦੀ ਵੀ ਜੋ ਹੋ ਰਿਹਾ ਹੈ ਉਹਨੂੰ ਹੋਣ ਦਿਓ, ਉਹਦੇ ਵਿੱਚ ਵਿਘਨ ਨਾ ਪਾਓ। ਕੱਲ੍ਹ ਅਸੀਂ ਇੱਕ ਪੰਕਤੀ ਸਾਰਿਆਂ ਨੇ ਨਾਲ ਨਾਲ ਸਮਝੀ ਸੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਬਸ ਇਹੀ ਗੱਲ ਸਮਝਾਈ ਗਈ ਹੈ ਕਿ ਆਖਿਆ ਕਰ ਸਾਈ ਗੱਲ ਚੰਗੀ। ਕਿਹੜੀ ਗੱਲ? ਜੋ ਤਿਸ ਭਾਵੈ ਨਾਨਕਾ। ਤੋ ਇਸ ਜੀਵ ਇਸਤਰੀ ਨੇ ਜਦੋਂ ਵੇਖਣਾ ਸ਼ੁਰੂ ਕੀਤਾ ਬਈ ਬਾਕੀ ਜੀਵ ਇਸਤਰੀਆਂ ਗਾ ਰਹੀਆਂ ਹਨ, ਤੇ ਪੁੱਛਦੀ ਹੈ ਬਈ ਹੇ ਪ੍ਰਭੂ ਪਤੀ ਮੈਨੂੰ ਇਹ ਦੱਸ ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਦਾ ਵਿਸਥਾਰ ਕਰਾਂ, ਕਿਉਂਕਿ ਇੱਕ ਗੁਣ ਦਾ ਹੀ ਅਗਰ ਵਿਸਥਾਰ ਕਰਾਂਗੀ, ਇੱਕ ਗੁਣ ਬਾਰੇ ਹੀ ਅਗਰ ਦੱਸਾਂਗੀ, ਤੇ ਉਸ ਇੱਕੋ ਗੁਣ ਨੂੰ ਮੈਂ ਕਦੀ ਮੁਕੰਮਲ ਤੌਰ 'ਤੇ ਆਖ ਹੀ ਨਹੀਂ ਸਕਾਂਗੀ। ਇਸ 'ਚੋਂ ਅਸੀਂ ਦਾਤੇ ਦਾ ਵਿਸਥਾਰ ਸਮਝ ਰਹੇ ਸਾਂ, ਕੇਵਲ ਇੱਕ ਦਾਤੇ ਵਾਲਾ ਗੁਣ ਲੈ ਲਓ ਤੁਸੀਂ, ਅਤੇ ਅਸੀਂ ਸੋਚ ਵੀ ਨਹੀਂ ਸਕਦੇ ਰੱਬ ਨੇ ਕਿੱਥੇ ਕਿੱਥੇ ਜੀਵ ਪੈਦਾ ਕੀਤੇ ਅਤੇ ਉਹਨਾਂ ਨੂੰ ਕਿਵੇਂ ਰੱਬ ਰਿਜ਼ਕ ਪਹੁੰਚਾ ਰਿਹਾ ਹੈ। ਇੱਕ ਸ਼ਬਦ ਕੇਵਲ ਪੜ੍ਹ ਕੇ ਅੱਗੇ ਲੰਘਾਂਗਾ। ਰੇਚਿਤ ਚੇਤਸ ਕੀਨਾ ਦਇਆਲ ਦਾਮੋਦਰ ਬਿਬਹਿ ਨ ਜਾਨਸ ਕੋਈ, ਜੇ ਧਾਵੇਂ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਨ ਮੈਂ ਰਾਖੈ, ਕੁੰਮੀ ਜਲ ਮਹਿ ਤਨ ਤਿਸ ਬਾਹਰ ਪੰਖ ਖੀਰ ਤਿਨ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ, ਨਾਹੀ ਕਹੇ ਤੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ। ਇਹ ਸੁਖਮਨੀ ਸਾਹਿਬ ਤੁਸੀਂ ਪੜ੍ਹਦੇ ਹੋ। ਪ੍ਰਤ ਪਾਲਿਆ ਜੀਅਨ ਬਹੁ ਭਾਂਤ, ਬਹੁ ਭਾਂਤ ਦਾ ਹੁਣ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਕੈਸੀਆਂ ਭਾਂਤੀਆਂ ਹਨ। ਮੈਂ ਉਸ ਦਿਨ ਬੇਨਤੀ ਕੀਤੀ ਸੀ ਨਾ ਜੀ, ਅਸੀਂ ਇਕੱਲੇ ਨਹੀਂ ਹਾਂ। ਇਹ ਜਿਹੜੀ ਨਾਸਕਾ ਹੈ ਨਾ ਸਾਡੀ ਨਾਸਕਾ, ਵਿਗਿਆਨੀ ਦੱਸਦੇ ਹਨ ਜਿਤਨੇ ਦੁਨੀਆ ਵਿੱਚ ਮਨੁੱਖ ਹਨ ਨਾ, ਉਤਨੇ ਕਿਰਮ ਇੱਥੇ ਬੈਠੇ ਰਹਿੰਦੇ ਹਨ ਇਹਨਾਂ ਨਾਸਕਾਵਾਂ ਦੇ ਵਿੱਚ, ਸਾਨੂੰ ਪਤਾ ਵੀ ਨਹੀਂ ਲੱਗ ਰਿਹਾ। ਜਿਤਨੇ ਇਸ ਪ੍ਰਿਥਵੀ ਦੇ ਉੱਤੇ ਮਨੁੱਸ਼ ਹਨ, ਜਿਤਨੇ ਬੰਦੇ ਹਨ ਖਾਲੀ ਇਸ ਮਨੁੱਖੀ ਦੇਹੀ ਵਾਲੇ, ਉਤਨੇ ਜੀਵ ਸਾਡੀਆਂ ਇਹਨਾਂ ਨਾਸਕਾਵਾਂ ਵਿੱਚ ਬੈਠੇ ਹੋਏ ਹਨ। ਹੁਣ ਤੁਸੀਂ ਵੇਖੋ, ਔਰ ਇਸ ਪੂਰੇ ਤਨ ਦੇ ਉੱਤੇ ਪਤਾ ਨਹੀਂ ਅਣਗਿਣਤ ਜੀਵ ਹਨ, ਉਹਨਾਂ ਸਾਰਿਆਂ ਦਾ ਆਹਾਰ ਸਾਡਾ ਤਨ ਬਣਦਾ ਪਿਆ ਹੈ। ਤਨ ਦੇ ਅੰਦਰ ਵੀ ਜੀਵ ਹਨ। ਐਸੇ ਐਸੇ ਜੀਵ ਰੱਬ ਨੇ ਬਣਾਏ, ਐਸੀਆਂ ਐਸੀਆਂ ਥਾਵਾਂ 'ਤੇ ਜਿੱਥੇ ਤੱਕ ਮਨੁੱਖ ਪਹੁੰਚ ਵੀ ਨਹੀਂ ਸਕਿਆ। ਇੱਕ ਸ਼ਬਦ ਹੈ ਨਾ ਭਗਤ ਕਬੀਰ ਜੀ ਦਾ, ਬੂਢੇ ਕਾਲੀ ਧਾਰ। ਹਾਲਾਂਕਿ ਉੱਥੇ ਗੱਲ ਪਾਹਨ ਪੂਜਾ ਦੀ ਕੀਤੀ ਗਈ ਹੈ ਕਿ ਜਿਹੜਾ ਪਾਹਨ ਦੇ ਉੱਤੇ ਭਰੋਸਾ ਰੱਖ ਲੈਂਦਾ ਹੈ ਉਹ ਐਸੇ ਪਾਣੀ ਵਿੱਚ ਡੁੱਬਦਾ ਹੈ ਜਿਸ ਪਾਣੀ ਨੂੰ ਕਾਲੀ ਧਾਰ ਕਿਹਾ ਹੈ। ਹੁਣ ਕਾਲੀ ਧਾਰ ਦਾ ਅਰਥ ਕੀ ਹੈ? ਮੈਂ ਉਸ ਦਿਨ ਸੋਚ ਰਿਹਾ ਸੀ ਇਸ ਬਾਰੇ, ਪੜ੍ਹਾਇਆ ਸੀ
ਤੇ ਸਮੁੰਦਰ ਵਿੱਚ ਨਾ ਇੱਕ ਗਹਿਰਾਈ ਤੱਕ ਸਿਰਫ ਸੂਰਜ ਦੀ ਰੋਸ਼ਨੀ ਪਹੁੰਚ ਸਕਦੀ ਹੈ। ਉਸ ਤੋਂ ਬਾਅਦ ਸਮੁੰਦਰ ਦੇ ਅੰਦਰ ਸੂਰਜ ਦੀ ਰੋਸ਼ਨੀ ਕਮਜ਼ੋਰ ਹੁੰਦੇ 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 ਥੱਲੇ ਘੁੱਪ ਅੰਧਕਾਰ ਹੈ, ਘੁੱਪ ਅੰਧਕਾਰ, ਇਤਨਾ ਹਨੇਰਾ ਕਿ ਤੁਸੀਂ ਇਮੈਜਿਨ ਵੀ ਨਹੀਂ ਕਰ ਸਕਦੇ। ਇਤਨਾ ਹਨੇਰਾ, ਅਸੀਂ ਉਹ ਹਨੇਰਾ ਕਦੀ ਅਨੁਭਵ ਨਹੀਂ ਕੀਤਾ ਹੋਏਗਾ। ਉਸ ਪਾਣੀ ਨੂੰ ਕਾਲੀ ਧਾਰ ਕਹਿੰਦੇ ਹਨ, ਭਾਵ ਇਤਨਾ ਗਹਿਰਾ ਪਾਣੀ ਜਿੱਥੇ ਪ੍ਰਕਾਸ਼ ਦੀ ਇੱਕ ਕਿਰਨ ਤੱਕ ਨਹੀਂ ਹੈ, ਸਗੋਂ ਘੁੱਪ ਘੋਰ ਅੰਧਕਾਰ ਹੈ। ਪਰ ਕਦੀ ਸੋਚਣਾ, ਉਸ ਘੁੱਪ ਹਨੇਰੇ ਵਿੱਚ ਵੀ ਜੀਵ ਪੈਦਾ ਹੋ ਰਹੇ ਹਨ। ਉਹਨਾਂ ਦਾ ਜੀਵਨ ਉਸ ਘੁੱਪ ਹਨੇਰੇ 'ਚ ਚੱਲ ਰਿਹਾ ਹੈ, ਜਿੱਥੇ ਦਿਸਦਾ ਹੀ ਨਹੀਂ ਕਿਸੇ ਨੂੰ ਕੁਝ ਵੀ। ਉੱਥੇ ਵੀ ਪਤਾ ਨਹੀਂ ਹਜ਼ਾਰਾਂ ਲੱਖਾਂ ਪ੍ਰਜਾਤੀਆਂ ਦੇ ਜੀਵ ਪੈਦਾ ਹੁੰਦੇ ਹਨ, ਇੱਕ ਦੂਸਰੇ ਦਾ ਆਹਾਰ ਕਰਦੇ ਹਨ। ਤੇ ਕਦੀ ਸੋਚ ਕੇ ਵੇਖਣਾ, ਉੱਥੇ ਕੌਣ ਪੈਦਾ ਕਰ ਰਿਹਾ ਹੈ ਜੀਵਾਂ ਨੂੰ? ਇਹਨੂੰ ਕਹਿੰਦੇ ਵਿੱਚ ਉਪਾਏ ਸਾਇਰਾਂ। ਸਾਗਰਾਂ ਦੇ ਵਿੱਚ ਰੱਬ ਨੇ ਜੀਵ ਪੈਦਾ ਕੀਤੇ, ਜਿੱਥੇ ਦਿਖਦਾ ਤੱਕ ਨਹੀਂ, ਇਤਨਾ ਘੁੱਪ ਹਨੇਰਾ, ਇਤਨਾ ਘੁੱਪ ਹਨੇਰਾ। ਇਹ ਉਹਦਾ ਦਾਤੇ ਵਾਲਾ ਗੁਣ ਹੈ। ਉੱਥੇ ਹੀ ਫਿਰ ਉਹਨਾਂ ਦੇ ਸਰੀਰ ਖਤਮ ਹੋ ਗਏ, ਗਲ ਗਏ, ਫਿਰ ਨਵੇਂ ਸਰੀਰ ਪੈਦਾ ਹੋਏ। ਇੱਕ ਪੂਰੀ ਦੀ ਪੂਰੀ ਦੁਨੀਆ ਉੱਥੇ ਚਲਦੀ ਪਈ ਹੈ, ਜਿਹੜੀ ਅਸੀਂ ਅੱਜ ਤੱਕ ਜਿੱਥੇ ਤੱਕ ਪਹੁੰਚੇ ਵੀ ਨਹੀਂ। ਲੋਕਾਂ ਨੇ ਐਕਸਪਲੋਰ ਕੀਤਾ ਸਿਰਫ ਇੱਕ ਪੱਖ, ਇੱਕ ਹਿੱਸਾ ਉਸ ਸਾਗਰ ਦਾ। ਕਦੀ ਪੂਰੇ ਉਸ ਵਿੱਚ ਜਾ ਕੇ ਦੇਖੋ, ਐਸੀਆਂ ਪ੍ਰਜਾਤੀਆਂ ਮੰਨੀਆਂ ਗਈਆਂ ਹੋਣਗੀਆਂ ਕਿ ਜਿਹੜੀ ਬੰਦੇ ਨੇ ਅੱਜ ਤੱਕ ਨਹੀਂ ਦੇਖੀਆਂ। ਬੰਦਾ ਉਹਨਾਂ ਦੀ ਗੱਲ ਕਰਦਾ ਹੈ ਜ਼ਿਆਦਾਤਰ ਜੋ ਉਹਨੇ ਵੇਖ ਲਿਆ ਹੈ, ਜਾਂ ਉਹਨੂੰ ਉਮੀਦ ਹੈ ਮੈਂ ਵੇਖਾਂਗਾ। ਇਸੇ ਕਰਕੇ ਤੇ ਗੁਰਬਾਣੀ ਨੇ 84 ਲੱਖ ਤੇ ਕੋਈ ਵਿਰਾਮ ਨਹੀਂ ਲਾਇਆ। ਸਤਿਗੁਰੂ ਕਹਿੰਦੇ ਕੇਤੀਆਂ ਖਾਣੀ ਕੇਤੀਆਂ ਬਾਣੀ। ਤੁਸੀਂ 4 ਮੰਨੀ ਬੈਠੇ ਹੋ, ਪਰ 4 ਅੰਤ ਨਹੀਂ ਹੈ ਕਦੀ, ਕਿਉਂਕਿ ਕਰਤੇ ਕਹਿ ਕਰਨੇ ਨਹੀਂ ਸ਼ੁਮਾਰ। ਤੋ ਇਹ ਸ਼ੁਮਾਰ ਕੇਵਲ ਉਹਦੇ ਕ੍ਰੀਏਸ਼ਨ ਦੇ ਉੱਤੇ ਹੀ ਨਹੀਂ, ਉਹਦੇ ਗੁਣਾਂ ਦੇ ਉੱਤੇ ਵੀ ਬੇਸ਼ੁਮਾਰ ਸ਼ਬਦ ਲਾਗੂ ਹੁੰਦਾ ਹੈ ਕਿ ਉਹਦੇ ਗੁਣਾਂ ਦਾ ਵੀ ਸ਼ੁਮਾਰ ਮੀਨਸ ਗਿਣਤੀ ਅਸੀਂ ਨਹੀਂ ਕਰ ਸਕਦੇ। ਤੇ ਅੱਜ ਆਪਣੀ ਅਸਮਰਥਤਾ ਦਾ ਪ੍ਰਗਟਾਵਾ ਕਰ ਰਹੀ ਹੈ ਜੀਵ ਇਸਤਰੀ। ਕਿਆ ਗੁਣ ਤੇਰੇ ਵਿਥਰਾਂ, ਹੇ ਪ੍ਰਭੂ ਪਤੀ ਮੈਨੂੰ ਦੱਸ ਤੇ ਸਹੀ, ਮੈਂ ਕਿਹੜੇ ਕਿਹੜੇ ਤੇਰੇ ਗੁਣਾਂ ਦਾ ਵਿਸਥਾਰ ਕਰਾਂ। ਹਾਂ ਕਿਆ ਕਿਆ ਘਿੰਨਾ ਤੇਰਾ ਨਾਮ ਜੀਓ, ਮੈਂ ਤੇਰਾ ਕਿਹੜਾ ਕਿਹੜਾ ਨਾਮ ਘਿੰਨਾ, ਭਾਵ ਕਿਹੜਾ ਕਿਹੜਾ ਨਾਮ ਲਵਾਂ। ਕਿਉਂਕਿ ਜਿਹੜਾ ਤੇਰਾ ਗੁਣ ਨਜ਼ਰ ਆਉਂਦਾ ਹੈ ਜੀਵ ਮਨੁੱਖ, ਉਹ ਆਜਾ ਤੇਰਾ ਨਾਂ ਰੱਖ ਦਿੰਦੇ ਹਨ। ਕੋਈ ਤੈਨੂੰ ਗੋਪਾਲ ਕਹਿਣ ਲੱਗ ਪਿਆ, ਕੋਈ ਦਿਆਲ ਕਹਿਣ ਲੱਗ ਪਿਆ, ਕੋਈ ਰਹੀਮ ਕਹਿਣ ਲੱਗ ਪਿਆ, ਕੋਈ ਨਿਰੰਜਨ ਕਹਿਣ ਲੱਗ ਪਿਆ। ਇਹ ਜਿਹੜੇ ਬੇਅੰਤ ਨਾਮ ਹਨ ਉਸ ਪਰਮਾਤਮਾ ਦੇ। ਤਵ ਸਰਬ ਨਾਮ ਕਥੈ ਕਵਨ, ਕਿਹੜੇ ਨਾਮ? ਕਰਮ ਨਾਮ ਵਰਨਤ ਸੁਮਤ। ਸਿਆਣਿਆਂ ਨੇ ਰੱਬ ਦੇ ਕਰਮ ਨਾਮਾਂ ਦਾ ਵਰਣਨ ਕੀਤਾ ਹੈ। ਕਰਮ ਨਾਮ ਜਿਹੜਾ ਰੱਬ ਦਾ ਕਰਤੱਵ ਉਹਨਾਂ ਦੀ ਸਮਝ ਵਿੱਚ ਪੈ ਗਿਆ, ਕਹਿੰਦੇ ਰੱਬ ਇਹ ਕਰ ਰਿਹਾ ਹੈ। ਕੋਈ ਕਹਿੰਦਾ ਹੈ ਭੰਨਣ ਵਾਲਾ ਹੈ, ਕੋਈ ਕਹਿੰਦਾ ਹੈ ਘੜਨ ਵਾਲਾ ਹੈ, ਕੋਈ ਕਹਿੰਦਾ ਹੈ ਭੰਨਣ ਕਰਨ ਸਮਰੱਥ ਹੈ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ 4, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੇ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਪਰ ਹੁਣ ਜੇ ਸਾਰੇ ਇਸ ਤਰ੍ਹਾਂ ਵੱਖ-ਵੱਖ ਪੱਖ ਤੋਂ ਗਾ ਰਹੇ ਹਨ ਤੇ ਕਦੀ ਉਹਦੇ ਗਾਣ ਵਿੱਚ ਘਾਟਾ ਪਵੇਗਾ? ਕਹਿੰਦੇ ਬਿਲਕੁਲ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਗਾਈ ਜਾਓ ਜਿੰਨਾ ਮਰਜੀ, ਅੰਤ ਨਹੀਂ ਆਏਗਾ। ਤੋ ਅੱਜ ਇਹ ਪੱਖ ਹੈ ਕਿ ਤੇਰੇ ਗੁਣਾਂ ਦਾ ਔਰ ਤੇਰੇ ਨਾਮ ਦਾ ਕਦੀ ਅੰਤ ਨਹੀਂ। ਮੈਂ ਜਿੱਧਰੋਂ ਵੀ ਗਾਣਾ ਸ਼ੁਰੂ ਕਰਦੇ ਹਾਂ, ਜਿਸ ਵੇਲੇ ਵੀ ਗਾਵਾਂ, ਜਿਸ ਸਮੇਂ ਵੀ ਗਾਵਾਂ, ਜਿਸ ਅਵਸਥਾ ਵਿੱਚ ਵੀ ਗਾਵਾਂ, ਤੂੰ ਹਰ ਵੇਲੇ ਗਾਵਣ ਯੋਗ ਹੈ, ਹਰ ਵੇਲੇ ਸਲਾਹੁਣ ਯੋਗ ਹੈ। ਬੰਦਾ ਹਰ ਵੇਲੇ ਸਲਾਹੁਣ ਯੋਗ ਨਹੀਂ ਰਹਿੰਦਾ, ਯਾਦ ਰੱਖਣਾ। ਪਰ ਰੱਬ ਹਰ ਵੇਲੇ ਸਲਾਹੁਣ ਯੋਗ ਹੈ। ਦਿਨੇ ਗਾਓ, ਰਾਤੀ ਗਾਓ, ਸੁਬਹ ਗਾਓ, ਜਿਸ ਵੇਲੇ ਤੁਹਾਡੇ ਮਨ 'ਚ ਆਏ ਗਾਓ।
ਉਹਨੂੰ ਹਰ ਵੇਲੇ ਗਾਇਆ ਜਾ ਸਕਦਾ ਹੈ, ਹਰ ਥਾਂ 'ਤੇ ਗਾਇਆ ਜਾ ਸਕਦਾ ਹੈ, ਹਰ ਪਰਿਸਥਿਤੀ 'ਚ ਗਾਇਆ ਜਾ ਸਕਦਾ ਹੈ। ਇੱਕ ਪੰਕਤੀ ਦੇ ਅਖਰੀ ਅਰਥ ਸਿਰਫ ਹੋਰ ਕਰਾਂਗਾ ਜੀ ਤੇ ਸਮਾਪਤੀ ਕਰਾਂ। ਇਕਤ ਟੋਲ ਨਾ ਅੰਬੜਾ, ਹਉ ਸਦ ਕੁਰਬਾਣੇ ਤੇਰੇ ਜਾਉ ਜਿਉ। ਇਕਤ ਟੋਲ, ਟੋਲ ਦਾ ਅਰਥ ਖੋਜ ਕੇ ਵੀ ਕੀਤਾ ਹੈ ਕਈਆਂ ਨੇ ਸਾਧਨ ਦੁਆਰਾ ਵੀ ਕੀਤਾ ਹੈ, ਕਈਆਂ ਨੇ ਅਰਥ ਕੀਤਾ ਹੈ ਪਦਾਰਥਾਂ ਦੀ ਰਾਹੀਂ। ਦਰਪਣ ਵਿੱਚ ਪਦਾਰਥਾਂ ਦੀ ਰਾਹੀਂ ਆਇਆ ਹੈ ਤੇ ਉਹੀ ਅਰਥ ਲਵਾਂਗਾ। ਉਹ ਜੀਵ ਇਸਤਰੀ ਕਹਿ ਰਹੀ ਹੈ, ਹੇ ਪ੍ਰਭੂ ਤੇਰੇ ਬਖਸ਼ੇ ਹੋਏ ਜਿਹੜੇ ਅਨੇਕਾਂ ਪਦਾਰਥ ਹਨ ਜੋ ਤੂੰ ਮੈਨੂੰ ਦਾਤਾਂ ਦਿੱਤੀਆਂ ਹੋਈਆਂ ਹਨ, ਉਹਨਾਂ ਵਿੱਚੋਂ ਇੱਕ ਵੀ ਪਦਾਰਥ ਦੀ ਰਾਹੀਂ, ਇੱਕ ਵੀ ਪਦਾਰਥ ਨੂੰ ਵੇਖ ਕੇ ਮੈਂ ਤੇਰੀਆਂ ਦਾਤਾਂ ਦੇ ਲੇਖੇ ਤੱਕ ਨਹੀਂ ਪਹੁੰਚ ਸਕਦੀ। ਇਹਨੂੰ ਇੰਝ ਸਮਝ ਲੈਣਾ ਜਿਵੇਂ ਕੋਈ ਕ੍ਰੀਏਟਰ ਹੈ ਨਾ ਕਿਸੇ ਚੀਜ਼ ਦਾ, ਕਿਸੇ ਨੇ ਕੋਈ ਚੀਜ਼ ਬਣਾ ਦਿੱਤੀ ਅਤੇ ਕ੍ਰੀਏਸ਼ਨ ਤੋਂ ਅਸੀਂ ਕ੍ਰੀਏਟਰ ਦਾ ਅੰਦਾਜ਼ਾ ਲਾਉਂਦੇ ਹਾਂ ਬਈ ਕਿਤਨਾ ਸਿਆਣਾ ਹੋਏਗਾ। ਕ੍ਰੀਏਸ਼ਨ ਦੱਸਦੀ ਹੈ ਕਿ ਕ੍ਰੀਏਟਰ ਕਿਤਨਾ ਸਿਆਣਾ ਹੈ, ਪਰ ਕ੍ਰੀਏਸ਼ਨ ਜਿਹੜੀ ਆਪ ਹੀ ਜੋ ਕ੍ਰਿਤ ਹੈ, ਉਹ ਦੂਸਰੀ ਕ੍ਰਿਤ ਨੂੰ ਵੇਖ ਕੇ ਇਹ ਕਵੇ ਕਿ ਮੈਂ ਕਰਤੇ ਦਾ ਅੰਦਾਜ਼ਾ ਲਾਵਾਂਗੀ, ਇਹ ਨਾਮੁਮਕਿਨ ਹੈ। ਯਾਦ ਰੱਖਣਾ, ਅਸੀਂ ਜਿਹੜੇ ਕਹਿੰਦੇ ਹਾਂ ਨਾ ਅਸੀਂ ਰੱਬ ਦੀ ਦਾਤਾਂ ਦਾ ਲੇਖਾ ਪਾ ਸਕਦੇ ਹਾਂ, ਮਤਲਬ ਹਿਸਾਬ ਕਿਤਾਬ, ਅਤੇ ਅਸੀਂ ਤਾਂ ਆਪ ਹੀ ਉਹਦੀ ਦਾਤ ਹਾਂ, ਅਸੀਂ ਤਾਂ ਆਪ ਹੀ ਉਹਦੀ ਰਚਨਾ ਹਾਂ। ਰਚਨਾ ਕਦੀ ਵੀ ਰਚਨਹਾਰ ਤੋਂ ਵੱਡੀ ਨਹੀਂ ਹੁੰਦੀ, ਇਹ ਗੱਲ ਯਾਦ ਰੱਖਣਾ। ਹਮੇਸ਼ਾ ਰਚਨਹਾਰ ਵੱਡਾ ਹੈ, ਪੈਦਾ ਕਰਨ ਵਾਲਾ ਵੱਡਾ ਹੈ। ਜੋ ਬਣੀ ਹੈ ਚੀਜ਼ ਉਹ ਹਮੇਸ਼ਾ ਬਣਾਉਣ ਵਾਲੇ ਤੋਂ ਛੋਟੀ ਹੈ, ਕਿਉਂਕਿ ਬਣਾਉਣ ਵਾਲਾ ਨਾ ਹੁੰਦਾ ਉਹ ਚੀਜ਼ ਬਣਦੀ ਨਾ। ਪਰ ਉਹ ਇਕਬਾਲ ਵਾਲੀ ਗੱਲ ਯਾਦ ਆ ਜਾਂਦੀ ਹੈ ਇੱਥੇ ਕਿ ਇਹ ਬੰਦਾ, ਇਹ ਆਦਮੀ, ਇਹ ਮਨੁੱਖ, ਕੋਈ ਨਾਮ ਦੇ ਦਿਓ, ਜਿਹਨੂੰ ਖੁਦਾ ਨੇ ਬਣਾਇਆ, ਖੁਦਾ ਦੇ ਅੱਗੇ ਖਲੋ ਗਿਆ। ਇਹ ਖੁਦਾ, ਤੂੰ ਸਾਰੀ ਇਹ ਖਲਕਤ ਬਣਾਈ, ਪਰ ਇਸ ਖਲਕਤ ਵਿੱਚ ਤੂੰ ਮੇਰੇ ਰਸਤੇ ਵਿੱਚ ਕਦਮ ਕਦਮ 'ਤੇ ਮੁਸੀਬਤਾਂ, ਰੁਕਾਵਟਾਂ ਪਾ ਦਿੱਤੀਆਂ। ਵਾਰਤਾਲਾਪ ਹੈ, ਡਾਇਲੋਗ ਹੈ ਪੂਰਾ। ਖੁਦਾ ਕਹਿੰਦੇ ਦੱਸ ਕੀ ਮੁਸੀਬਤਾਂ ਹਨ। ਤੂੰ ਮੇਰੇ ਲਈ ਦਿਨ ਤੇ ਬਣਾਇਆ, ਠੀਕ ਹੈ, ਪਰ ਉਤਨੀ ਲੰਮੀ ਰਾਤ ਵੀ ਬਣਾ ਦਿੱਤੀ। ਇਹ ਤੂੰ ਮੇਰੇ ਜੀਵਨ ਵਿੱਚ ਵਿਘਨ ਪਾਇਆ। ਤੂੰ ਰਸਤੇ ਤੇ ਬਣਾਏ ਮੇਰੇ ਲਈ, ਪਰ ਉਹਨਾਂ ਰਸਤਿਆਂ ਵਿੱਚ ਵੱਡੇ ਵੱਡੇ ਪਹਾੜ ਖੜੇ ਕਰ ਦਿੱਤੇ, ਸਮੁੰਦਰ ਖੜੇ ਕਰ ਦਿੱਤੇ, ਹੋਰ ਬੜੀਆਂ ਚੀਜ਼ਾਂ ਲਈਆਂ। ਤੂੰ ਫੁੱਲ ਤੇ ਬਣਾਏ ਪਰ ਨਾਲ ਕੰਢੇ ਵੀ ਲਾ ਦਿੱਤੇ। ਬੜਾ ਕੁਝ ਆਖ ਦਿੱਤਾ। ਜਦੋਂ ਸਭ ਕੁਝ ਕਹਿ ਕੇ ਥੱਕ ਗਿਆ ਨਾ, ਖੁਦਾ ਕਹਿੰਦਾ ਬਈ ਹੋਰ ਕੁਝ ਬੋਲਣਾ ਹੀ ਤੇ ਬੋਲ, ਨਹੀਂ ਤੇ ਫਿਰ ਮੈਂ ਬੋਲਾਂ। ਤੇ ਉਹ ਕਹਿਣ ਲੱਗਾ ਹੁਣ ਖੁਦਾ ਤੂੰ ਇਹਦਾ ਜਵਾਬ ਦੇ। ਹੁਣ ਇਹ ਆਪਣੀ ਸਿਆਣਪ ਨਾਲ ਚੱਲ ਰਿਹਾ ਸੀ। ਖੁਦਾ ਨੇ ਕਿਹਾ ਠੀਕ ਹੈ, ਤੂੰ ਆਪਣਾ ਪੱਖ ਰੱਖਿਆ ਬਈ ਮੈਂ ਤੇਰੇ ਜੀਵਨ ਵਿੱਚ ਇਹ ਰੁਕਾਵਟਾਂ ਪਾਈਆਂ, ਔਰ ਤੂੰ ਕੀ ਕੀਤਾ? ਅੱਗੋਂ ਕਹਿਣ ਲੱਗਾ ਕਿ ਤੂੰ ਅਗਰ ਨਦੀਆਂ ਬਣਾਈਆਂ, ਦਰਿਆ ਬਣਾਏ, ਸਾਗਰ ਬਣਾਏ, ਤੇ ਮੈਂ ਉਹਨਾਂ 'ਤੇ ਪੁਲ ਬਣਾ ਦਿੱਤੇ। ਮੈਂ ਸਾਗਰਾਂ ਨੂੰ ਚੀਰਨ ਵਾਸਤੇ ਬੇੜੇ ਬਣਾ ਦਿੱਤੇ। ਮੈਂ ਪਹਾੜਾਂ ਨੂੰ ਪਾਰ ਕਰ ਲਿਆ, ਮੈਂ ਪਹਾੜਾਂ ਦੇ ਵਿੱਚ ਸੁਰੰਗਾਂ ਬਣਾ ਦਿੱਤੀਆਂ। ਇਹੀ ਤੇ ਬੰਦੇ ਨੇ ਕੀਤਾ ਨਾ। ਤੂੰ ਕਾਲੀ ਰਾਤ ਬਣਾਈ, ਮੈਂ ਬਿਜਲੀ ਬਣਾ ਦਿੱਤੀ। ਅੱਜ ਰਾਤ ਵੀ ਦਿਨ ਤੋਂ ਵੱਧ ਚਮਕਦੀ ਹੈ। ਦੱਸ ਹੁਣ ਤੂੰ ਕੀ ਕਵੇਂਗਾ? ਖੁਦਾ ਨੇ ਇੱਕੋ ਹੀ ਜਵਾਬ ਦਿੱਤਾ ਜਿਹੜਾ ਸੁਣ ਕੇ ਨਾ ਚੁੱਪਚਾਪ ਬਹਿ ਗਿਆ ਸੀ। ਖੁਦਾ ਨੇ ਕਿਹਾ ਬੰਦਿਆ, ਇਹ ਸਭ ਕੁਝ ਤਾਂ ਤੂੰ ਬਣਾਇਆ ਜੇ ਮੈਂ ਤੈਨੂੰ ਬਣਾਇਆ, ਤਾਂ ਹੀ ਤੇ ਬਣਾ ਸਕਿਆ ਨਾ। ਜੇ ਮੈਂ ਤੈਨੂੰ ਹੀ ਨਾ ਬਣਾਉਂਦਾ ਤੇ ਤੂੰ ਇਹ ਸਭ ਕੁਝ ਕਿੱਥੋਂ ਬਣਾ ਲੈਂਦਾ? ਹੁਣ ਦੱਸ ਕੀ ਕਵੇਂਗਾ? ਕਹਿੰਦੇ ਬੰਦੇ ਕੋਲ ਕੋਈ ਜਵਾਬ ਨਹੀਂ ਸੀ, ਚੁੱਪਚਾਪ ਵਾਪਸ ਆ ਗਿਆ। ਤੋ ਬੰਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਬੰਦਗੀ ਦਾ ਫਰਜ਼ ਹੈ ਉਹ ਇਹ ਹੈ, ਹਾਂ ਸਦ ਕੁਰਬਾਨੇ ਤੇਰੇ ਜਾਉ ਜਿਉ। ਹੇ ਮਾਲਕ, ਬਸ ਮੇਰੇ 'ਤੇ ਇਤਨੀ ਬਖਸ਼ਿਸ਼ ਰੱਖੀ ਕਿ ਮੈਂ ਤੇਰੇ ਤੋਂ ਆਪਣੇ ਆਪ ਨੂੰ ਵੱਡਾ ਜਾਂ ਉੱਚਾ ਨਾ ਸਮਝਣ ਲੱਗ ਪਵਾਂ, ਬਲਕਿ ਮੈਂ ਆਪਣੇ ਆਪ ਨੂੰ ਤੇਰੇ ਤੋਂ ਕੁਰਬਾਨ ਕਰਾਂ, ਤੇਰੇ ਤੋਂ ਵਾਰਾਂ, ਤੇਰੇ ਚਰਨਾਂ ਵਿੱਚ ਪਿਆ ਰਵਾਂ। ਹਾਂ ਸਦ ਕੁਰਬਾਨੇ ਤੇਰੇ ਜਾਉ ਜਿਉ।
ਗੁਰੂ ਸਾਹਿਬ ਕਿਰਪਾ ਰਹਿਮਤ ਕਰਨ ਜੀ। ਅਗਲੀਆਂ ਵਿਚਾਰਾਂ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜੀਓ। ਵੈਸੇ ਆਪ ਨੂੰ ਕਈਆਂ ਨੂੰ ਕੰਠ ਵੀ ਹੋਣਗੇ ਸ਼ਬਦ। ਆਪ ਕੁਛ ਦਿਨ ਅਗਰ ਰੈਗੂਲਰ ਪਾਠ ਕਰੋਗੇ ਇਹਨਾਂ ਸ਼ਬਦਾਂ ਦਾ ਆਪ ਨੂੰ ਕੰਠ ਵੀ ਹੋ ਜਾਣਗੇ। ਜਿਵੇਂ ਕਈਆਂ ਨੇ ਦਿਨ ਰਹਿਣ ਬਾਣੀ ਕੰਠ ਕਰ ਲਈ, ਹੋਰ ਬਾਣੀਆਂ। ਇਹ ਛੋਟੇ ਛੋਟੇ ਜਿਹੜੇ ਸ਼ਬਦ ਮਤਲਬ ਆਕਾਰ ਵਿੱਚ ਜੇ ਕੰਠ ਹੋਣ ਨਾ ਤਾਂ ਫਿਰ ਆਪ ਸਫ਼ਰ ਵਿੱਚ ਜਾਂਦੇ ਹੋਏ ਕਦੀ ਵੀ ਜਦੋਂ ਆਪ ਜੀ ਗਾਓਗੇ ਨਾ ਇੱਕ ਦੂਸਰੇ ਨਾਲ, ਉਹ ਵੀ ਸਤਸੰਗ ਬਣ ਜਾਏਗਾ। ਕਿਸੇ ਚੀਜ਼ ਦੀ ਲੋੜ ਨਹੀਂ, ਬਸ ਅੱਖਾਂ ਬੰਦ ਕਰਕੇ ਸ਼ਬਦ ਗਾਓ, ਉਸ ਰੱਬ ਨੂੰ ਮਹਿਸੂਸ ਕਰੋ ਆਪਣੇ ਅੰਦਰ, ਉਹਦੇ ਨਾਲ ਵਾਰਤਾਲਾਪ ਕਰੋ। ਸਤਿਗੁਰੂ ਕਿਰਪਾ ਰਹਿਮਤ ਕਰਨ ਜੀ। ਇਤਨੇ ਬਚਨ ਅਜ ਪ੍ਰਵਾਨ ਕਰਨੇ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਕਾਰ ਪ੍ਰੇਮ ਭਾਵਨਾ ਸਹਿਤ ਗੁਰੂ ਬਖਸ਼ੀ ਫਤਿਹ ਦੀ ਪਾਵੋ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।